ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਗੁਰਚਰਨ ਥਿੰਦ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਜੀ ਆਇਆਂ ਨੂੰ। ਆਪ ਜੀ ਇਸ ਵੇਲੇ ਸ਼ਾਮਲ ਹੋਣ ਜਾ ਰਹੇ ਹੋ ਪ੍ਰੋਗਰਾਮ ਗੱਲਬਾਤ ਵਿੱਚ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਹਮੇਸ਼ਾ ਦੇ ਵਾਂਗ ਜਿਵੇਂ ਆਪਾਂ ਪ੍ਰੋਗਰਾਮ ਗੱਲਬਾਤ ਦੇ ਵਿੱਚ ਗੱਲਬਾਤ ਕਰਨ ਲਈ ਸਾਡੇ ਨਾਲ ਗੈਸਟ ਹੁੰਦਾ, ਅਸੀਂ ਕਿਸੇ ਨਾ ਕਿਸੇ ਖਾਸ ਵਿਸ਼ੇ ਦੇ ਉੱਪਰ ਗੱਲ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਗੱਲਬਾਤ ਦੇ ਵਿੱਚ ਵੀ ਸਾਡੇ ਨਾਲ ਇੱਕ ਬਹੁਤ ਹੀ ਪਿਆਰੀ ਨੌਜਵਾਨ ਬੱਚੀ ਸ਼ਾਮਲ ਹੋ ਰਹੀ ਹੈ, ਜਿਹੜੀ ਕਿ ਆਪਾਂ ਨੂੰ ਇੱਕ ਬਹੁਤ ਹੀ ਅਹਿਮ ਪ੍ਰਕਿਰਿਆ ਜਿਹੜੀ ਕਿ ਵਿਦੇਸ਼ਾਂ ਦੇ ਵਿੱਚ ਖਾਸ ਤੌਰ 'ਤੇ ਕੰਮ 'ਚ ਆਉਂਦੀ ਹੈ, ਉਹਦੇ ਬਾਰੇ ਵਿਚਾਰਾਂ ਦੀ ਸਾਂਝ ਆਪਾਂ ਉਸ ਦੇ ਨਾਲ ਪਾਵਾਂਗੇ। ਮੇਰੀ ਮੁਰਾਦ ਵਰਦੀਪ ਥਿੰਦ ਤੋਂ ਹੈ। ਵਰਦੀਪ ਥਿੰਦ, ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਹਾਂਜੀ, ਥੈਂਕ ਯੂ ਜੀ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਬੱਚੇ, ਤੁਸੀਂ ਟਾਈਮ ਕੱਢਿਆ ਤੇ ਪੰਜਾਬੀ ਨੈਸ਼ਨਲ ਟੀਵੀ ਦੇ ਦਰਸ਼ਕਾਂ ਦੇ ਰੂਬਰੂ ਹੋਏ। ਹਾਂਜੀ, ਥੈਂਕ ਯੂ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਵਰਦੀਪ ਡੇ ਕੇਅਰ ਦੇ ਵਿੱਚ ਸੈਂਟਰ ਡਾਇਰੈਕਟਰ ਵਜੋਂ ਕੈਲਗਰੀ ਦੇ ਵਿੱਚ ਕੰਮ ਕਰ ਰਹੀ ਹੈ। ਡੇ ਕੇਅਰ ਦਿਨ ਵੇਲੇ ਸੰਭਾਲ ਕਰਨ ਵਾਲਾ ਕੀ ਸੈਂਟਰ, ਕਿਉਂਕਿ ਸੈਂਟਰ ਹੈ ਉਹਦੀ ਡਾਇਰੈਕਟਰ ਹੈ। ਸੋ ਕਿਹਨਾਂ ਦੀ ਸੰਭਾਲ ਕਰਦੇ ਆ, ਕਿਉਂ ਸੰਭਾਲ ਕਰਨੀ ਪੈਂਦੀ ਹੈ, ਇਹ ਲਫ਼ਜ਼ ਜਿਹੜਾ ਡੇ ਕੇਅਰ ਹੈ, ਇਹ ਜਦੋਂ ਹੀ ਆਪਾਂ ਵਿਦੇਸ਼ ਆਉਂਦੇ ਹਾਂ ਤੇ ਬਹੁਤ ਜ਼ਿਆਦਾ ਵਰਤੋਂ 'ਚ ਵੀ ਆਉਂਦਾ ਤੇ ਇਹਦੀ ਵਰਤੋਂ ਵੀ ਕੀਤੀ ਜਾਂਦੀ ਹੈ। ਸੋ ਇਹ ਡੇ ਕੇਅਰ ਕੀ ਨੇ? ਵਰਦੀਪ ਇਸ ਡੇ ਕੇਅਰ ਦੀ ਡਾਇਰੈਕਟਰ ਹੈ। ਇਹਦੇ ਕੋਲੋਂ ਆਪਾਂ ਜਾਣਕਾਰੀ ਲਵਾਂਗੇ ਕਿ ਡੇ ਕੇਅਰ ਸੈਂਟਰ ਕੀ ਹੁੰਦੇ ਨੇ, ਕਿਸ ਪ੍ਰਕਾਰ ਤੇ ਕਿਹਨਾਂ ਦੀ ਉੱਥੇ ਸੰਭਾਲ ਕੀਤੀ ਜਾਂਦੀ ਹੈ ਤੇ ਇਹ ਇਸ ਕਿੱਤੇ ਦੇ ਨਾਲ ਕਿਵੇਂ ਜੁੜੀ। ਸੋ ਵਰਦੀਪ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਬਈ ਤੁਸੀਂ ਕਦੋਂ ਕੈਨੇਡਾ ਪਹੁੰਚੇ ਤੇ ਕੀ ਉੱਥੋਂ ਵਿੱਦਿਆ ਲੈ ਕੇ ਆਏ ਤੇ ਕਿਵੇਂ ਤੁਸੀਂ ਇਸ ਡੇ ਕੇਅਰ ਵੱਲ ਨੂੰ ਪ੍ਰਸਥਾਨ ਕੀਤਾ? ਹਾਂਜੀ, ਜ਼ਰੂਰ। ਮੈਂ ਅਗਸਤ 2009 ਵਿੱਚ ਕੈਨੇਡਾ ਆਈ ਸੀ ਜੀ। ਤੇ ਉਸ ਤੋਂ ਪਹਿਲਾਂ ਮੇਰੀ ਬੈਕਗਰਾਊਂਡ 'ਚ ਮੈਂ ਥੋੜ੍ਹੀ ਜਿਹੀ ਦੱਸਾਂ ਜੀ, ਤੇ ਮੈਂ ਜਿਵੇਂ ਆਪਣੇ ਉੱਥੇ BA ਕੀਤੀ ਹੋਈ ਆ ਆਰਟਸ ਵਿੱਚ, ਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਰੁਝਾਨ ਮੇਰਾ ਸਾਈਕੋਲੋਜੀ ਵੱਲ ਹੋ ਗਿਆ। ਸੋ ਮੈਂ ਮਾਸਟਰਸ ਕੀਤੀ ਆ ਸਾਈਕੋਲੋਜੀ ਵਿੱਚ। ਫਿਰ ਮੈਂ ਇੱਥੇ ਆਈ, ਇੱਥੇ ਆ ਕੇ ਫਿਰ ਸਭ ਤੋਂ ਪਹਿਲਾਂ ਤਾਂ ਮੈਂ ਪੜ੍ਹਾਈ ਕੀਤੀ 2 ਸਾਲ ਮਾਊਂਟ ਰੋਇਲ ਯੂਨੀਵਰਸਿਟੀ ਵਿੱਚ, ਜਿਹਦੇ ਵਿੱਚ ਮੈਂ ਚਾਈਲਡ ਐਂਡ ਯੂਥ ਕੇਅਰ ਕਾਉਂਸਲਿੰਗ ਦਾ ਪ੍ਰੋਗਰਾਮ ਕੀਤਾ ਜੀ। ਫਿਰ ਥੋੜ੍ਹਾ ਜਿਹਾ ਉਹਦੇ ਨਾਲ ਰਿਲੇਟਡ ਮੈਨੂੰ ਲੱਗਾ ਕਿ ਮੈਨੂੰ ਡੇ ਕੇਅਰ ਵਿੱਚ ਵੜ ਕੇ ਥੋੜ੍ਹਾ ਜਿਹਾ ਬੱਚਿਆਂ ਨੂੰ ਹੋਰ ਸਮਝਣਾ ਚਾਹੀਦਾ ਆ। ਸੋ ਫਿਰ ਮੈਂ 2010 ਵਿੱਚ ਜੌਬ ਸਟਾਰਟ ਕੀਤੀ। ਮੈਂ 2010 ਤੋਂ ਲੈ ਕੇ ਹੁਣ ਤੱਕ ਉਸੇ ਕੰਪਨੀ ਨਾਲ ਕੰਮ ਕਰ ਰਹੀ ਹਾਂ। ਸੋ ਮੈਂ ਇੱਕ ਕਲਾਸਰੂਮ ਵਿੱਚ ਜੌਬ ਸਟਾਰਟ ਕੀਤੀ ਸੀ, ਜਿੱਥੇ ਮੈਂ ਸਕੂਲੇ 'ਚ ਬੱਚਿਆਂ ਨਾਲ ਕੰਮ ਕਰਦੀ ਸੀ। ਫਿਰ ਹੌਲੀ ਹੌਲੀ ਤਰੱਕੀ ਹੋਈ ਜੀ, ਮੈਂ ਅਸਿਸਟੈਂਟ ਡਾਇਰੈਕਟਰ ਬਣੀ ਤੇ ਹੁਣ ਮੈਂ ਸੈਂਟਰ ਡਾਇਰੈਕਟਰ ਬਣੀ ਹਾਂ। ਸਾਡੇ ਲਈ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਆਪਣੀ ਜੌਬ ਦੇ ਵਿੱਚ ਤਰੱਕੀ ਦੀਆਂ ਜਿਹੜੀਆਂ ਪੌੜੀਆਂ ਨੇ, ਪੁਲਾਂਘਾਂ ਨੇ, ਤੁਸੀਂ ਉਹਦੀ ਪੱਟੀਆਂ ਨੇ। ਪਹਿਲੀ ਗੱਲ ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਸਾਈਕੋਲੋਜੀ ਦੀ MA ਕਰਕੇ ਆਏ ਹੋ। ਹਾਂਜੀ। ਸਾਈਕੋਲੋਜੀ ਦੀ MA ਤੁਹਾਨੂੰ ਇੱਥੇ ਆ ਕੇ ਸਾਈਕੋਲੋਜੀ ਦੀ MA ਕਰਕੇ ਤੁਹਾਨੂੰ ਲੱਗਾ ਕਿ ਮੈਨੂੰ ਇਹ ਵਾਲਾ, ਹਾਂ ਇਸ ਤੋਂ ਪਹਿਲਾਂ ਚਲੋ ਅਸੀਂ ਅੱਗੇ ਚੱਲਦੇ ਹਾਂ, ਪਹਿਲਾਂ ਮੈਨੂੰ ਇਹ ਦੱਸ ਦਿਓ ਕਿ ਡੇ ਕੇਅਰ ਹੁੰਦਾ ਕੀ ਹੈ, ਫਿਰ ਅਸੀਂ ਆਪਾਂ ਅੱਗੇ ਚੱਲਦੇ ਹਾਂ। ਜ਼ਰੂਰ ਜੀ, ਜ਼ਰੂਰ। ਹਾਂਜੀ, ਡੇ ਕੇਅਰ ਬੇਸਿਕਲੀ ਹੁੰਦਾ ਜੀ, ਜਿੱਥੇ ਹੁਣ ਸਿੰਪਲ ਜੇ ਤੁਸੀਂ ਉਹਨੂੰ ਥੋੜਾ ਜਿਹਾ ਦੇਖੋ, ਡੇ ਕੇਅਰ ਦਿਨ ਦੇ ਟਾਈਮ ਜਿੱਥੇ ਬੱਚਿਆਂ ਦੀ ਕੇਅਰ ਕੀਤੀ ਜਾਂਦੀ ਆ। ਇਹਦੇ ਵਿੱਚ ਬੱਚੇ ਦੀ ਕੇਅਰ ਹੁੰਦੀ ਹੈ? ਹਾਂਜੀ, ਕਿਉਂਕਿ ਮੈਂ ਕਿਹਾ ਵੀ ਡੇ ਕੇਅਰ ਦੇ ਵਿੱਚ ਬਜ਼ੁਰਗ ਵੀ ਤਾਂ ਹੋ ਸਕਦੇ ਨੇ। ਨਹੀਂ ਜੀ, ਨਹੀਂ, ਉਹ ਡੇ ਕੇਅਰ ਹੁੰਦਾ, ਬਜ਼ੁਰਗਾਂ ਲਈ ਅੱਡ ਹੁੰਦਾ। ਹਾਂਜੀ, ਜਿੱਥੇ ਬੱਚਿਆਂ ਦੀ ਦਿਨ ਵੇਲੇ ਸਾਂਭ ਸੰਭਾਲ ਕੇ ਕਿਉਂ ਜ਼ਰੂਰਤ ਪੈਂਦੀ ਬੱਚਿਆਂ ਦੀ ਸਾਂਭ ਸੰਭਾਲ ਲਈ? ਘਰਾਂ 'ਚ ਨਹੀਂ ਕੋਈ ਹੁੰਦਾ? ਇਹ ਜ਼ਿਆਦਾ ਤੱਕ ਉਹੀ ਪੇਰੈਂਟਸ ਹੁੰਦੇ ਆ ਜਿੱਥੇ ਘਰ ਸੰਭਾਲਣ ਵਾਲਾ ਕੋਈ ਨਾ ਹੋਵੇ, ਹੈ ਨਾ। ਜਦੋਂ ਉਹਨਾਂ ਨੇ ਫੁੱਲ ਟਾਈਮ ਜੌਬ ਕਰਨੀ ਆ, ਹੁਣ ਦੇਖੋ ਜੀ ਘਰ ਤਾਂ ਸਾਰਿਆਂ ਨੇ ਚਲਾਉਣਾ ਤੇ ਉਹਦੇ ਲਈ ਜੌਬ ਵੀ ਕਰਨੀ ਪੈਣੀ ਆ। ਸੋ ਉਹ ਫਿਰ ਬੱਚੇ ਸਾਡੇ ਕੋਲ ਛੱਡ ਜਾਂਦੇ ਆ, ਅਸੀਂ ਉਹਨਾਂ ਦਾ ਪੂਰਾ ਧਿਆਨ ਰੱਖਦੇ। ਅਸੀਂ ਉਵੇਂ ਹੀ ਧਿਆਨ ਰੱਖਦੇ ਜਿਵੇਂ ਬੱਚੇ ਦਾ ਘਰ ਰੱਖਿਆ ਜਾਂਦਾ, ਸ਼ਾਇਦ ਅਸੀਂ ਥੋੜ੍ਹਾ ਜਿਹਾ ਵੱਧ ਵੀ ਰੱਖਦੇ ਹੋਈਏ, ਹੈ ਨਾ ਜੀ। ਇੰਨਾ ਕੁ ਤਾਂ ਸਾਨੂੰ ਕੌਨਫੀਡੈਂਸ ਹੈ ਆਪਣੇ ਆਪ 'ਤੇ ਫਿਰ ਤਾਂ ਸਾਡੇ ਕੋਲ ਪੇਰੈਂਟਸ ਬੱਚੇ ਛੱਡ ਕੇ ਜਾਂਦੇ ਆ। ਜੀ ਬਿਲਕੁਲ। ਸੋ ਇਸ ਦੇਸ਼ ਦੇ ਵਿੱਚ ਖਾਸ ਤੌਰ 'ਤੇ ਕਿ ਮਾਂ ਅਤੇ ਬਾਪ ਦੋਨੋਂ ਹੀ ਨੌਕਰੀ ਕਰਦੇ ਨੇ। ਨੌਕਰੀ ਕਰਨ ਵਾਸਤੇ ਸਵੇਰੇ ਘਰੋਂ ਨਿਕਲ ਕੇ ਸ਼ਾਮ ਨੂੰ ਵਾਪਸ ਆਉਣਾ ਪੈਂਦਾ ਅਤੇ ਉੱਥੇ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ ਇਹਨਾਂ ਨੂੰ ਸੈਂਟਰਾਂ ਦੀ ਜ਼ਰੂਰਤ ਪੈਂਦੀ ਹੈ, ਡੇ ਕੇਅਰ ਦੀ ਜ਼ਰੂਰਤ ਪੈਂਦੀ ਹੈ। ਵਰਦੀਪ, ਮੈਂ ਇੱਕ ਗੱਲ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਨੌਕਰੀ ਤਾਂ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਵੀ ਦੋਨੋਂ ਮੀਆਂ ਬੀਵੀ ਕਰਦੇ ਹੁੰਦੇ ਸੀ। ਜਿਵੇਂ ਮੈਂ ਆਪਣੀ ਐਗਜ਼ਾਮਪਲ ਦੇਵਾਂ, ਮੈਂ ਵੀ ਨੌਕਰੀ ਕਰਦੀ ਸੀ, ਮੇਰੇ ਹਸਬੈਂਡ ਵੀ ਕਰਦੇ ਸੀ, ਪਰ ਉੱਥੇ ਕੀ ਤੁਹਾਨੂੰ ਲੱਗਦਾ ਕਿ ਉੱਥੇ ਵੀ ਡੇ ਕੇਅਰ ਇਹੋ ਜਿਹੇ ਹੁੰਦੇ ਸੀ? ਖੈਰ
ਜਿਸ ਜ਼ਮਾਨੇ ਦੇ ਮੈਂ ਕਹੂੰਗੀ ਅਸੀਂ ਵੀ ਆ ਹਨਾ, ਜਿਸ ਜਨਰੇਸ਼ਨ, ਹੁਣ ਤਾਂ ਚਲੋ ਜਨਰੇਸ਼ਨ ਗੈਪ ਵੀ ਇੱਕ ਵਿੱਚ ਹੋਰ ਆ ਗਿਆ, ਪਰ ਉਸ ਟਾਈਮ ਘਰ ਵਿੱਚ ਕੋਈ ਨਾ ਕੋਈ ਜ਼ਰੂਰ ਹੁੰਦਾ ਸੀ, ਦਾਦਾ ਜੀ ਦਾਦੀ ਜੀ, ਘਰ 'ਚ ਕੋਈ ਸੰਭਾਲਣ ਵਾਲਾ ਹੁੰਦਾ ਸੀ। ਜੇ ਨਹੀਂ ਵੀ ਹੁੰਦਾ ਸੀ ਤਾਂ ਆਪਣੇ ਇੱਥੇ ਆਂਢ ਗੁਆਂਢ ਬਹੁਤ ਸੀਗਾ ਜਿਹਦੇ ਵੱਲ ਤੁਹਾਨੂੰ ਉਹਨਾਂ ਨਾਲ ਇੱਕ ਟਰਸਟ ਫੈਕਟਰ ਹੁੰਦਾ ਸੀ, ਤੁਸੀਂ ਆਪਦੇ ਬੱਚੇ ਉੱਥੇ ਛੱਡ ਜਾਂਦੇ ਸੀ। ਪਰ ਹੁਣ ਹੌਲੀ ਹੌਲੀ ਉੱਥੇ ਵੀ ਉਹੀ ਟ੍ਰੈਂਡ ਆ ਗਿਆ ਹੈ, ਜਿੱਥੇ ਤੁਸੀਂ ਦਿੱਲੀ ਵੱਲ ਚਲੇ ਜਾਓ, ਨੋਇਡਾ ਵੱਲ ਚਲੇ ਜਾਓ, ਜਿੱਥੇ ਦੋਵੇਂ ਪੇਰੈਂਟਸ ਜੌਬ ਕਰ ਰਹੇ ਆ ਤੇ ਉਹਨਾਂ ਨੂੰ ਵੀ ਸੰਭਾਲਣ ਲਈ, ਬੱਚਿਆਂ ਨੂੰ ਸੰਭਾਲਣ ਲਈ ਕੋਈ ਚਾਹੀਦਾ ਆ। ਤੇ ਹੁਣ ਹੌਲੀ ਹੌਲੀ ਇਹ ਸਿਸਟਮ ਸਾਡਾ ਇੰਡੀਆ ਵੱਲ ਨੂੰ ਵੀ ਆ ਗਿਆ, ਜਿੱਥੇ ਡੇ ਕੇਅਰਸ ਖੁੱਲ੍ਹ ਗਏ ਆ। ਇਸ ਤੋਂ ਪਹਿਲਾਂ ਕਿ ਅਸੀਂ ਅਗਾਂਹ ਥੋੜ੍ਹਾ ਜਿਹਾ ਚੱਲੀਏ ਕਿ ਤੁਸੀਂ ਇਸ ਕਿੱਤੇ ਵਿੱਚ ਕਿਵੇਂ ਆਏ, ਕੀ ਤੁਹਾਨੂੰ ਕੁਆਲੀਫਿਕੇਸ਼ਨ ਲੈਣੀ ਪਈ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੀ ਹਾਂ ਬਈ ਡੇ ਕੇਅਰ ਜਿਹੜੇ ਆ ਇਹ ਸੈਂਟਰ ਨੇ, ਇਹ ਸਿਰਫ ਇੱਕੋ ਕਿਸਮ ਦੇ ਹੁੰਦੇ ਆ ਕਿ ਜਾਂ ਕੋਈ ਇਹਨਾਂ ਦੀ ਅਲੱਗ-ਅਲੱਗ ਕਿਸਮਾਂ ਵੀ ਹੁੰਦੀਆਂ ਨੇ? ਹਾਂਜੀ, ਇਹ ਖੈਰ ਦੋ ਤਰ੍ਹਾਂ ਦੇ ਹੁੰਦੇ ਆ ਜੀ। ਇੱਕ ਤਾਂ ਜਿਵੇਂ ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਥੋਂ ਦੇ ਟਰਮਸ ਦੇ ਮੁਤਾਬਿਕ ਦੱਸਦੀ ਹਾਂ ਜੀ। ਇੱਕ ਤਾਂ ਉਹ ਕਹਿ ਦਿੰਦੇ ਆ ਜੀ ਫੈਸਿਲਿਟੀ ਬੇਸਡ, ਜਿਹੜੇ ਕਿ ਆਪਣੇ ਡੇ ਕੇਅਰਸ ਹੁੰਦੇ ਆ। ਇੱਕ ਹੁੰਦੇ ਆ ਹੋਮ ਬੇਸਡ, ਜਿਹੜੇ ਕਿ ਡੇ ਹੋਮਸ ਹੁੰਦੇ ਆ। ਸੋ ਜਿਹੜੇ ਤਾਂ ਡੇ ਕੇਅਰਸ ਹੁੰਦੇ ਆ ਉਹਨਾਂ ਵਿੱਚ ਤੁਸੀਂ ਬਹੁਤ ਬੱਚੇ ਰੱਖ ਸਕਦੇ ਹੋ, ਉਹ ਤੁਹਾਡੀ ਲਾਇਸੈਂਸਿੰਗ ਦੇ ਜਿੰਨੇ ਪ੍ਰੂਫ ਕੀਤੇ ਤੁਸੀਂ ਉਨੇ ਰੱਖ ਸਕਦੇ ਹੋ। ਪਰ ਜਿਹੜੇ ਡੇ ਹੋਮ ਹੁੰਦੇ ਆ ਜੀ, ਉਹਨਾਂ 'ਚ ਥੋੜ੍ਹੀ ਜਿਹੀ ਲਿਮਿਟੇਸ਼ਨ ਹੋ ਜਾਂਦੀ ਹੈ, ਤੁਸੀਂ 4 ਜਾਂ 5 ਬੱਚਿਆਂ ਤੋਂ ਵੱਧ ਨਹੀਂ ਰੱਖ ਸਕਦੇ। ਸੋ ਇਹ ਦੋ ਤਰ੍ਹਾਂ ਦੇ ਹੀ ਹੁੰਦੇ ਆ ਬੇਸਿਕਲੀ, ਡੇ ਕੇਅਰ ਤੇ ਡੇ ਹੋਮਸ। ਹਾਂਜੀ, ਡੇ ਹੋਮਸ ਜਿਹੜੇ ਆ ਉਥੋਂ ਲੱਗਦਾ ਹੀ ਆ ਵੀ ਜਿਵੇਂ ਡੇ ਤੇ ਹੋਮ ਆ ਵੀ ਘਰ ਦੇ ਵਿੱਚ ਹੀ ਹੁੰਦਾ ਹੋਣਾ ਪੂਰੇ ਦਿਨ ਵਾਸਤੇ ਰੱਖਣ ਲਈ। ਹਾਂਜੀ ਬਿਲਕੁਲ। ਇਹ ਜਿਹੜੇ ਡੇ ਹੋਮਸ ਖੁੱਲੇ ਹੁੰਦੇ ਆ, ਇਹਦਾ ਮਤਲਬ ਕਿ ਇਹ ਘਰਾਂ 'ਚ ਹੀ ਖੁੱਲੇ ਹੁੰਦੇ ਆ? ਹਾਂਜੀ, ਇਹ ਜਿਵੇਂ ਕਹਿ ਲਓ ਜੀ, ਮੇਰੇ ਘਰ ਵਿੱਚ ਮੈਨੂੰ ਲੱਗਦਾ ਆ ਕਿ ਮੈਂ ਬਾਹਰ ਜਾ ਕੇ ਜੌਬ ਨਹੀਂ ਕਰ ਸਕਦੀ, ਮੈਂ ਡੇ ਕੇਅਰ 'ਚ ਕੰਮ ਨਹੀਂ ਕਰ ਸਕਦੀ, ਪਰ ਕਿਉਂਕਿ ਜਾਂ ਤਾਂ ਮੇਰਾ ਬੱਚਾ ਛੋਟਾ ਆ, ਮੈਂ ਉਹਦਾ ਵੀ ਧਿਆਨ ਰੱਖਣਾ ਆ, ਜਾਂ ਹੋਰ ਕਈ ਰੀਜ਼ਨਸ ਹੁੰਦੇ ਆ ਵੀ ਤੁਸੀਂ ਬਾਹਰ ਜਾ ਕੇ ਨਹੀਂ ਕਰ ਸਕਦੇ, ਫਿਰ ਤੁਸੀਂ ਆਪਦੇ ਘਰ ਵਿੱਚ ਵੀ ਡੇ ਹੋਮ ਖੋਲ ਸਕਦੇ ਹੋ। ਹਾਂਜੀ। ਇਸ ਤੋਂ ਪਹਿਲਾਂ ਕਿ ਅਸੀਂ ਥੋੜਾ ਜਿਹਾ ਹੋਰ ਇਹਦੀ ਡੂੰਘਾਈ ਤੱਕ ਜਾਈਏ, ਇੱਕ ਨਿੱਕੀ ਜਿਹੀ ਗੱਲ ਹੋਰ ਹੈ ਕਿ ਡੇ ਕੇਅਰ ਦੇ ਵਿੱਚ ਜਾਂ ਡੇ ਹੋਮਸ ਦੇ ਵਿੱਚ ਕਿਸ ਏਜ ਤੱਕ ਦੇ ਬੱਚੇ ਆ ਸਕਦੇ ਨੇ, ਕਿਸ ਏਜ ਤੇ ਸ਼ੁਰੂ ਹੁੰਦੀ ਹੈ ਤੇ ਕਿਸ ਏਜ ਤੱਕ ਦੇ ਬੱਚੇ ਦੇ ਵਿੱਚ ਆ ਸਕਦੇ ਨੇ? ਕਿਉਂਕਿ ਸਾਡੇ ਪ੍ਰੋਗਰਾਮ ਸੁਣਨ ਵਾਲੇ ਜਿਹੜੇ ਨੇ ਉਹਨਾਂ ਨੂੰ ਵੀ ਡੇ ਕੇਅਰਸ ਦੀ, ਡੇ ਹੋਮਸ ਦੀ ਜ਼ਰੂਰਤ ਪੈਂਦੀ ਹੋਣੀ ਹੈ। ਸੋ ਅਸੀਂ ਉਹਨਾਂ ਦੀ ਨੌਲੇਜ ਖਾਤਰ ਮੈਂ ਚਾਹੁੰਦੀ ਹਾਂ ਕਿ ਤੁਸੀਂ ਥੋੜ੍ਹਾ ਜਿਹਾ ਸਪਸ਼ਟ ਕਰੋ। ਹਾਂਜੀ ਜ਼ਰੂਰ। ਹਾਂ, ਡੇ ਕੇਅਰਸ ਦੇਖੋ ਜੀ ਅੱਡ ਏਜ ਗਰੁੱਪਸ ਲੈ ਸਕਦੇ ਆ ਕਈ, ਇਹ ਡਿਪੈਂਡ ਕਰਦਾ ਤੁਹਾਡੀ ਕਿੰਨੀ ਵੱਡੀ ਬਿਲਡਿੰਗ ਆ ਤੇ ਤੁਸੀਂ ਕਿੰਨਾ ਕੁ ਅੱਗੇ ਜਾਣਾ ਚਾਹੁੰਦੇ ਉਹਦੇ ਵਿੱਚ। ਸੋ ਡੇ ਕੇਅਰਸ ਵਿੱਚ ਹੁਣ ਜੇ ਮੈਂ ਆਪਣੇ ਦੀ ਗੱਲ ਕਰਾਂ ਤਾਂ ਤੁਸੀਂ ਜਦੋਂ ਬੱਚਾ ਪੈਦਾ ਹੁੰਦਾ ਅਸੀਂ ਤਾਂ ਉਦੋਂ ਵੀ ਲੈ ਸਕਦੇ ਹਾਂ। ਵੀ ਕੋਈ ਪੇਰੈਂਟਸ ਹੁੰਦੇ ਜਿਨ੍ਹਾਂ ਨੂੰ ਛੁੱਟੀ ਨਹੀਂ ਬਹੁਤੀ ਮਿਲਦੀ ਜਾਂ ਕੋਈ ਹੋਰ ਕਾਰਨ ਆ, ਬਿਜ਼ਨਸ ਚੱਲਦੇ ਆ ਹੈ ਨਾ, ਅਸੀਂ 3 ਮਹੀਨੇ ਦੇ ਬੱਚੇ ਨੂੰ ਵੀ ਸਾਂਭਦੇ ਹਾਂ ਜੀ। ਹਾਂਜੀ, ਤੇ ਸਾਡੀ ਏਜ ਗਰੁੱਪ ਜਿਹੜੀ ਜਾਂਦੀ ਆ 12 ਸਾਲ ਤੱਕ। ਸੋ ਅਸੀਂ ਸਕੂਲਸ ਨੂੰ ਵੀ ਸਰਵਿਸ ਪ੍ਰੋਵਾਈਡ ਕਰਦੇ ਹਾਂ ਉੱਥੇ। ਕਈ ਹੈਗੇ ਆ ਜਿੱਥੇ ਘੱਟ ਥਾਂ ਤੇ ਬਣੇ ਹੁੰਦੇ ਆ ਹੈ ਨਾ ਜੀ, ਉੱਥੇ ਫਿਰ ਹੋ ਸਕਦਾ ਕਿ ਉਹ ਸਿਰਫ ਪ੍ਰੀ ਸਕੂਲ ਤੱਕ ਹੀ ਕਰਨ, ਜਿਹੜੇ ਕਿ ਬੱਚੇ 12 ਮਹੀਨਿਆਂ ਤੋਂ ਲੈ ਕੇ ਤੇ ਉਹ ਪ੍ਰੀ ਸਕੂਲ ਤੱਕ 4-4.5 ਸਾਲ ਤੱਕ ਬੱਚਾ ਰੱਖਦੇ, ਜਦੋਂ ਤੱਕ ਉਹ ਕਿੰਡਰਗਾਰਟਨ ਨਹੀਂ ਚਲਾ ਜਾਂਦਾ। ਸੋ ਹਰ ਡੇ ਕੇਅਰ 'ਚ ਇਹ ਅੱਡ ਏਜ ਗਰੁੱਪਸ ਹੋ ਸਕਦੇ ਆ। ਜਿੱਥੋਂ ਤੱਕ ਡੇ ਹੋਮਸ ਆ ਜੀ, ਡੇ ਹੋਮਸ ਵੀ ਬੱਚਾ ਛੋਟੇ ਤੋਂ ਛੋਟਾ ਲੈ ਸਕਦੇ ਆ, ਜਿਹਨੂੰ ਆਪਾਂ ਇਨਫੈਂਟਸ ਕਹਿ ਦਿੰਦੇ ਆ, 12 ਮਹੀਨਿਆਂ ਤੋਂ, ਤੇ ਉਹਨਾਂ ਦਾ ਵੀ ਏਜ ਗਰੁੱਪ ਸਕੂਲ ਏਜ ਤੱਕ ਜਾ ਸਕਦਾ ਵਾ। ਬਟ ਫਿਰ ਉਹੀ ਆ, ਉੱਤੇ ਇਹ ਡਿਪੈਂਡ ਕਰਦਾ ਵਾ ਵੀ ਉਹਨਾਂ ਨੇ ਕਿੰਨੇ ਛੋਟੇ ਬੱਚੇ ਰੱਖੇ 12 ਮਹੀਨਿਆਂ ਵਾਲੇ, ਫਿਰ ਉਹਨਾਂ ਹੀ ਉਹਨਾਂ ਦਾ ਨੰਬਰ ਘੱਟਦਾ ਜਾਊਗਾ। ਸੋ ਉਹ 4 ਬੱਚੇ ਹੀ ਫਿਰ ਰੱਖ ਸਕਦੇ ਆ ਜਾਂ 5 ਹੀ ਰੱਖ ਸਕਦੇ, ਉਸ ਤੋਂ ਵੱਧ ਉਹ ਰੱਖ ਨਹੀਂ ਸਕਦੇ। ਮੈਕਸੀਮਮ ਡੇ ਹੋਮਸ 'ਚ ਜ਼ਿਆਦਾ ਤੱਕ ਜੇ ਇੱਕੋ ਜਾਣਾ ਆ ਤੇ ਸਾਰੇ ਬੱਚੇ ਵੱਡੇ ਹੋਣ ਤਾਂ ਉਹ 6 ਬੱਚੇ ਹੀ ਰੱਖ ਸਕਦੇ ਆ। 6 ਬੱਚੇ? ਹਾਂਜੀ। ਤੇ ਜੇ ਛੋਟੇ ਹੋਣ? ਤੇ ਜੇ ਛੋਟੇ ਹੋਣ ਫਿਰ ਉਹਨਾਂ ਦਾ ਨੰਬਰ ਉਵੇਂ ਡ੍ਰੌਪ ਹੋ ਜਾਂਦਾ ਜੀ, ਉਹ 4 ਜਾਂ 5, ਉਸ ਤੋਂ ਵੱਧ ਨਹੀਂ। ਸੋ ਮੇਰਾ ਮਤਲਬ ਕਿ ਜਦੋਂ ਇਹ ਉਹਨਾਂ ਨੇ ਆਪਣਾ ਖੋਲ੍ਹਣਾ ਹੁੰਦਾ ਹੈ ਤੇ ਉਦੋਂ ਇਹ ਚੀਜ਼ਾਂ ਕਿ ਇਹਦੇ ਵਿੱਚ 6 ਬੱਚੇ ਰਹਿ ਸਕਦੇ ਨੇ, ਇਹਦੇ ਵਿੱਚ 4 ਰਹਿ ਸਕਦੇ ਨੇ, ਜਾਂ ਜਿਹੜਾ ਡੇ ਕੇਅਰ ਹੈ ਉਹਦੇ ਵਿੱਚ ਇੰਨੇ ਰਹਿ ਸਕਦੇ ਨੇ, ਇਹ ਕੌਣ ਡਿਸਾਈਡ ਕਰਦਾ? ਇਹ ਜੀ ਖੈਰ ਆਪਣੇ ਇੱਕ ਲਾਇਸੈਂਸਿੰਗ ਬੋਡੀ ਆ ਸਾਡੀ, ਇਹ ਉਹ ਡਿਸਾਈਡ ਕਰਦੇ ਆ। ਤੁਹਾਡੇ ਪਰ ਸਕੁਅਰ ਫੀਟ ਦੇਖਿਆ ਜਾਂਦਾ, ਮੀਟਰ ਦੇਖਿਆ ਜਾਂਦਾ ਕਿੰਨਾ ਵਾ, ਉਹਦੇ ਹਿਸਾਬ ਨਾਲ ਤੁਹਾਨੂੰ ਦੱਸਿਆ ਜਾਂਦਾ ਵੀ ਤੁਸੀਂ ਇੰਨੇ ਬੱਚੇ ਰੱਖ ਸਕਦੇ ਹੋ। ਓਕੇ। ਹਾਂਜੀ, ਲਾਇਸੈਂਸਿੰਗ ਬੋਡੀ ਹੈ, ਯਾਨੀ ਇਹ ਇੱਕ ਉੱਪਰਲੀ ਕਹ ਲਓ ਅਥਾਰਟੀ ਹੈ ਜਿਹੜੀ ਕਿ ਇਹ ਸਾਰਾ ਕੁਝ ਕਰਦੀ ਹੈ। ਸੋ ਇਹਦਾ ਮਤਲਬ ਜੇ ਫਰਜ਼ ਕਰੋ ਕਿਸੇ ਨੇ, ਇਸ ਤੋਂ ਪਹਿਲਾਂ ਕਿ ਅਸੀਂ ਗਾਂ ਚੱਲੀਏ ਕਿ ਕਿਸੇ ਨੇ ਜੇ ਡੇ ਕੇਅਰ ਖੋਲ੍ਹਣਾ ਹੈ ਤਾਂ ਉਹਨੂੰ ਕੀ ਕਰਨਾ ਚਾਹੀਦਾ ਹੈ, ਪਹਿਲਾਂ ਮੈਂ ਤੁਹਾਡੇ ਵੱਲ ਹੀ ਆਉਣੀ ਹੈ ਕਿ ਤੁਸੀਂ ਵਰਦੀਪ ਇਹ ਕਿਵੇਂ ਡਿਸਾਈਡ ਕਰ ਲਿਆ? ਤੁਸੀਂ ਸਾਈਕੋਲੋਜੀ ਦੀ ਐਮਏ ਸੀਗੇ, ਤੁਹਾਨੂੰ ਇੱਥੇ ਆ ਕੇ ਕੋਈ ਪੜ੍ਹਾਈ ਵੀ ਕਰਨੀ ਪਈ ਕਿ ਜੇ ਪੜ੍ਹਾਈ ਕਰਨੀ ਪਈ ਤਾਂ ਤੁਸੀਂ ਐਮਏ ਦੀ ਨਾਲ ਲੱਗਦੀ ਪੀਐਚਡੀ ਕਿਉਂ ਨਹੀਂ ਕੀਤੀ, ਕਿਉਂ ਇਸ ਪਾਸੇ ਨੂੰ ਗਏ? ਹਾਂਜੀ, ਪਹਿਲਾਂ ਤਾਂ ਦੇਖੋ ਜਦੋਂ ਆਪਾਂ ਉੱਥੋਂ ਮਾਸਟਰਸ ਇੰਡੀਆ ਤੋਂ ਕਰਕੇ ਆਉਂਦੇ ਹਾਂ, ਬਹੁਤੀ ਆਪਣੀਆਂ ਮਾਸਟਰਸ ਇੱਥੇ ਰਿਕੋਗਨਾਈਜ਼ਡ ਨਹੀਂ ਹੁੰਦੀਆਂ।
ਸੋ ਮੈਂ ਵੀ ਕੋਸ਼ਿਸ਼ ਕੀਤੀ ਸੀਗੀ ਕਿ ਮੈਂ ਦੇਖਾਂ ਕਿ ਮੈਂ ਕਿੱਥੇ ਖੜੀ ਹਾਂ ਤਾਂ ਕਿ ਜੇ ਮੈਨੂੰ ਅੱਗੇ ਕਿੰਨੀ ਕੁ ਪੜ੍ਹਾਈ ਮੈਨੂੰ ਕਰਨੀ ਪੈਣੀ ਆ। ਜਦੋਂ ਮੈਂ ਸਾਰਾ ਪਿੱਛੇ ਫਰੋਲ ਕੇ ਦੇਖਿਆ ਤੇ ਸਾਰੀ ਇਨਕੁਆਇਰੀ ਕੀਤੀ ਤਾਂ ਉਹ ਮੈਨੂੰ ਕਹਿੰਦੇ ਸੀ ਕਿ ਇਹ ਸਿਰਫ ਮੇਰੇ 2 ਸਾਲ ਬੈਚਲਰਸ ਦੇ ਕਾਊਂਟ ਹੋਣਗੇ, ਕਿਉਂਕਿ ਉੱਥੇ ਬੈਚਲਰਸ ਆਫ ਆਰਟਸ ਜਿਹੜੇ ਆਪਾਂ ਇੰਡੀਆ ਕਰਦੇ ਉਹ ਬਹੁਤ ਡਿਫਰੈਂਟ ਹੈ ਜਿਹੜੀ ਆਪਾਂ ਇੱਥੇ ਕਰਦੇ ਹਾਂ। ਸੋ ਮੈਨੂੰ ਕਹਿੰਦੇ ਸੀ ਸਿਰਫ 2 ਸਾਲ ਹੀ ਕਾਊਂਟ ਹੋਣਗੇ, ਜਿੱਥੇ ਮੈਨੂੰ ਲੱਗਾ ਕਿ ਹੁਣ ਅੱਗੇ ਜਾ ਕੇ ਬਹੁਤ ਜ਼ਿਆਦਾ ਪੜ੍ਹਾਈ ਮੈਨੂੰ ਕਰਨੀ ਪੈਣੀ, ਜਿਹਦੇ ਵਿੱਚ ਮੈਂ ਬੈਚਲਰਸ ਦੇ 2 ਸਾਲ ਕਰੂੰਗੀ। ਤੁਸੀਂ ਮਾਸਟਰਸ ਵੀ ਕੀਤੀ ਤਾਂ ਵੀ ਤੁਹਾਡੇ ਸਿਰਫ ਬੈਚਲਰ ਦੇ 2 ਸਾਲ ਹੀ ਬਣਨੇ ਸੀ। ਹਾਂਜੀ, ਉਹ ਇਹ ਡਿਪੈਂਡ ਕਰਦਾ ਵੀ ਤੁਸੀਂ ਇੰਡੀਆ ਤੋਂ ਜਿਹੜੀ ਬੈਚਲਰਸ ਕੀਤੀ ਆ ਉਹ ਕੀ ਕੀਤੀ ਆ, ਹੈ ਨਾ ਜੀ। ਕਈ ਵਾਰ ਹੁੰਦਾ ਕਿ ਤੁਸੀਂ ਜੇ ਸਮਝ ਲੈ ਲਓ ਕਿ ਜੇ ਮੈਂ ਕਿਹਾ ਹੁੰਦਾ ਕਿ ਮੈਂ ਬੈਚਲਰਸ ਆਨਰਸ ਕੀਤੀ ਆ ਸਿਰਫ ਸਾਈਕੋਲੋਜੀ ਵਿੱਚ, ਮੈਨੂੰ ਉਹਦਾ ਜ਼ਿਆਦਾ ਕ੍ਰੈਡਿਟ ਮਿਲਣਾ ਸੀ। ਪਰ ਚਲੋ ਉਦੋਂ ਆਪਾਂ ਨੂੰ ਇਹ ਗੱਲਾਂ ਪਤਾ ਵੀ ਨਹੀਂ ਹੁੰਦੀਆਂ ਤੇ ਨਾ ਹੀ ਆਪਾਂ ਨੂੰ ਪਤਾ ਹੁੰਦਾ ਕਿ ਇਹਦਾ ਮਤਲਬ ਕਿ ਜਦੋਂ ਤੁਸੀਂ ਬੈਚਲਰ ਕੀਤੀ ਹੈ ਉਹਦੇ ਵਿੱਚ ਸਾਈਕੋਲੋਜੀ ਤੁਹਾਡਾ ਸਬਜੈਕਟ ਨਹੀਂ ਸੀ? ਸਬਜੈਕਟ ਸੀਗਾ ਬਟ ਮਾਈਨਰ ਸੀਗਾ ਨਾ, ਜਾਂ ਤਾਂ ਮੇਜਰ ਹੋਵੇ ਤੁਹਾਡਾ ਫਿਰ ਉਹਨੂੰ ਕਾਊਂਟ ਕਰ ਲੈਂਦੇ ਆ, ਬਟ ਉਹ ਮੇਰਾ ਮਾਈਨਰ ਸਬਜੈਕਟ ਸੀਗਾ, ਸੋ ਤਾਂ ਫਿਰ ਉਹ ਬਹੁਤਾ ਕਾਊਂਟ ਨਹੀਂ ਹੋਇਆ। ਠੀਕ ਆ ਜੀ। ਤੇ ਫਿਰ ਜਦੋਂ ਮੈਂ ਇੱਥੇ ਆਈ ਮੈਨੂੰ ਲੱਗਿਆ ਕਿ ਮੈਨੂੰ ਆਪਣੀ ਲਾਈਨ 'ਚ ਜਾਣਾ ਚਾਹੀਦਾ, ਪਰ ਹੁਣ ਤਾਂ ਪੜ੍ਹਾਈ ਬਹੁਤ ਜ਼ਿਆਦਾ ਲੱਗਣ ਲੱਗ ਗਈ। ਫਿਰ ਮੈਂ ਸੋਚਿਆ ਕਿ ਕੁਝ ਹੋਰ ਵੀ ਹੁੰਦਾ ਹੋਊਗਾ ਜਿਹੜਾ ਵੀ ਮੈਂ ਕਰ ਸਕਦੀ ਹਾਂ, ਇਹਦੇ ਰਿਲੇਟਿਡ ਆ। ਹੁਣ ਸਾਈਕੋਲੋਜੀ ਆਪਾਂ ਨੂੰ ਬਹੁਤਿਆਂ ਨੂੰ ਪਤਾ ਆ ਕਿ ਕਾਉਂਸਲਿੰਗ ਨਾਲ ਬਹੁਤ ਰਿਲੇਟਿਡ ਹੁੰਦੀ ਹੈ, ਸੋ ਮੈਂ ਸੋਚਿਆ ਵੀ ਕਿਉਂ ਨਾ ਮੈਂ ਕਾਉਂਸਲਿੰਗ ਦਾ ਡਿਪਲੋਮਾ ਕਰਾਂ, ਜਾਂ ਅੱਗੇ ਜਾ ਕੇ ਮੈਨੂੰ ਲੱਗਾ ਤੇ ਮੈਂ ਇਸੇ ਫੀਲਡ 'ਚ ਜਾ ਸਕਦੀ ਹਾਂ। ਸੋ ਫਿਰ ਮੈਂ ਮਾਊਂਟ ਰੋਇਲ ਯੂਨੀਵਰਸਿਟੀ ਤੋਂ 2 ਸਾਲ ਦਾ ਕੀਤਾ ਜੀ ਆਪਣਾ ਕਾਉਂਸਲਿੰਗ ਦਾ। ਫਿਰ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਮੈਨੂੰ ਥੋੜ੍ਹਾ ਜਿਹਾ ਹੋਰ ਇੱਥੋਂ ਦੇ ਬੱਚਿਆਂ ਬਾਰੇ ਜਾਣਨਾ ਚਾਹੀਦਾ, ਕਿਉਂਕਿ ਸਿੱਧਾ ਜੰਪ ਕਰ ਜਾਣਾ ਕਾਉਂਸਲਿੰਗ 'ਚ ਮੈਨੂੰ ਲੱਗਾ ਕਿ ਸ਼ਾਇਦ ਮੈਂ ਬੱਚਿਆਂ ਨੂੰ ਨਹੀਂ ਬਹੁਤਾ ਸਮਝ ਸਕਦੀ। ਮੈਂ ਅੱਡ-ਅੱਡ ਥਾਵਾਂ 'ਤੇ ਪ੍ਰੈਕਟੀਕਮ ਵੀ ਕੀਤੇ, ਹੈ ਨਾ, ਤੇ ਬਹੁਤ ਮਾਹੌਲ ਬਹੁਤ ਸਭ ਕੁਝ ਬਹੁਤ ਡਿਫਰੈਂਟ ਸੀਗਾ ਜਦੋਂ ਮੈਂ ਕੀਤਾ। ਫਿਰ ਉਹਦੇ ਲਈ ਮੈਂ ਸੋਚਿਆ ਵੀ ਚਲੋ ਕਿਉਂ ਨਾ ਇੱਕ ਸ਼ੁਰੂਆਤ ਡੇ ਕੇਅਰ ਤੋਂ ਕੀਤੀ ਜਾਵੇ, ਹੈ ਨਾ। ਬੱਚਿਆਂ ਦੇ ਨਾਲ ਰਹੂੰਗੀ, ਥੋੜ੍ਹੇ ਜਿਹੇ ਆਪਾਂ ਨੂੰ ਜਦੋਂ ਆਪਾਂ ਉੱਥੋਂ ਆਉਂਦੇ ਹਾਂ ਥੋੜ੍ਹਾ ਜਿਹਾ ਲੈਂਗੁਏਜ ਬੈਰੀਅਰ ਵੀ ਹੁੰਦਾ ਆ, ਹੈ ਨਾ, ਤੇ ਚਲੋ ਉਹ ਵੀ ਮੇਰਾ ਫਿਰ ਬੱਚਿਆਂ ਦੇ ਹਿਸਾਬ ਨਾਲ ਉਸ ਤਰ੍ਹਾਂ ਦਾ ਹੋ ਜਾਊਗਾ। ਸੋ ਮੈਂ ਉੱਥੋਂ ਸ਼ੁਰੂ ਕਰਦੀ ਹਾਂ। ਸੋ ਮੈਂ ਕਹਿ ਲਓ ਜੀ ਮੈਂ ਫਸਟ ਜੌਬ ਅਪਲਾਈ ਕੀਤੀ ਤੇ ਮੈਨੂੰ ਉਹੀ ਜੌਬ ਮਿਲ ਗਈ, ਤੇ ਇਸ ਤਰ੍ਹਾਂ ਮੈਂ ਆਪਦੀ ਜਰਨੀ ਸ਼ੁਰੂ ਕੀਤੀ। ਪਰ ਜਿਉਂ-ਜਿਉਂ ਮੈਂ ਇਸ ਫੀਲਡ 'ਚ ਕੰਮ ਕਰਦੀ ਗਈ, ਮਤਲਬ ਲਾ ਲਓ ਮੈਂ 2 ਸਾਲ ਪਹਿਲਾਂ ਕੰਮ ਕੀਤਾ, ਮੈਨੂੰ ਲੱਗਾ ਕਿ ਸ਼ਾਇਦ ਇਹੀ ਮੇਰੀ ਫੀਲਡ ਆ ਹੁਣ, ਹੈ ਨਾ, ਵੀ ਮੈਂ ਇਹਦੇ ਵਿੱਚ ਹੀ ਅੱਗੇ ਕਰਾਂ। ਉਸੇ ਫੀਲਡ ਵਿੱਚ ਹੀ ਅੱਗੇ ਸਪੈਸ਼ਲ ਨੀਡਸ ਨਾਲ ਵੀ ਮੈਂ ਕੰਮ ਕੀਤਾ ਆ। ਫਿਰ ਉਹਦੇ 'ਚ ਅੱਗੇ ਜਾਂਦੇ ਜਿਵੇਂ ਮੈਂ ਕਿਹਾ ਕਿ ਫਿਰ ਤਾਂ ਰੱਬ ਨੇ ਤਰੱਕੀ ਬਖਸ਼ੀ, ਚਲੋ ਅਸਿਸਟੈਂਟ ਡਾਇਰੈਕਟਰ ਬਣੇ, ਡਾਇਰੈਕਟਰ ਬਣੇ, ਹੈ ਨਾ ਜੀ। ਹਾਂਜੀ, ਇਹਦਾ ਮਤਲਬ ਹੈ ਕਿ ਬੜੀ ਸੋਚ ਵਿਚਾਰ ਕੇ ਤੇ ਬੜਾ ਕਹਿ ਲਓ ਕੁਛ ਤਾਂ ਥੋੜਾ ਸਾਈਕੋਲੋਜੀ ਦੀ ਬੈਕਗ੍ਰਾਉਂਡ ਵੀ ਤੁਹਾਡੇ ਕੰਮ ਆਈ, ਹਾਂਜੀ, ਤੇ ਕੁਛ ਤੁਹਾਨੂੰ ਇਹ ਲੱਗਾ ਕਿ ਮੈਨੂੰ ਰੂਟਸ ਤੋਂ ਸ਼ੁਰੂ ਕਰਨਾ ਚਾਹੀਦਾ। ਹਾਂਜੀ, ਕਿ ਜਿੰਨਾ ਚਿਰ ਤੱਕ ਮੈਂ ਇੱਥੋਂ ਦੇ ਬੱਚਿਆਂ ਦੇ ਪਾਲਣ ਪੋਸ਼ਣ ਦਾ ਮੈਨੂੰ ਪਤਾ ਨਹੀਂ ਲੱਗਦਾ, ਹਾਂਜੀ, ਤੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਕਾਉਂਸਲਿੰਗ ਦੇ ਦੁਆਰਾ ਸੋਲਵ ਕਰਨ ਵਾਸਤੇ ਮੈਨੂੰ ਕਿਵੇਂ ਪਤਾ ਲੱਗੂਗਾ। ਹਾਂਜੀ। ਸੋ ਵੈਰੀ ਇੰਟੈਲੀਜੈਂਟ ਐਂਡ ਬਹੁਤ ਹੀ ਖੂਬਸੂਰਤ ਗੱਲ ਤੁਸੀਂ ਇਹ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਕਿਵੇਂ ਜਦੋਂ ਤੁਸੀਂ ਪੜ੍ਹਾਈ ਕਰਦੇ ਹੋ। ਇਹ ਮੈਂ ਆਪਣੇ ਉਹਨਾਂ ਦਰਸ਼ਕਾਂ ਨਾਲ ਵੀ ਸਾਂਝ ਪਾਉਣੀ ਚਾਹੁੰਦੇ ਹਾਂ ਕਿ ਤੁਸੀਂ ਇੰਡੀਆ ਦੇ ਵਿੱਚ ਪੜ੍ਹ ਰਹੇ ਹੋ, ਤੁਹਾਡਾ ਮਨ ਹੈ ਕਿ ਮੈਂ ਬਾਹਰ ਜਾਣਾ ਹੈ, ਵਿਦੇਸ਼ ਵਿੱਚ ਜਾਣਾ ਹੈ, ਉੱਥੇ ਜਾ ਕੇ ਮੈਂ ਕਿਹੜਾ ਫੀਲਡ ਲੈਣਾ ਹੈ, ਤਾਂ ਤੁਹਾਨੂੰ ਇਹਨਾਂ ਚੀਜ਼ਾਂ ਬਾਰੇ ਸੁਚੇਤ ਹੋਣਾ ਪਊਗਾ ਕਿ ਮੈਂ ਕਿਹੋ ਜਿਹੀ ਪੜ੍ਹਾਈ ਕਰਾਂ ਕਿ ਮੇਰੀ ਅੱਗੇ ਜਾ ਕੇ ਕੰਮ ਆਵੇ। ਜਿਵੇਂ ਹੁਣੇ ਵਰਦੀਪ ਨੇ ਦੱਸਿਆ ਕਿ ਮਾਸਟਰ ਸਾਈਕੋਲੋਜੀ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਕਰਕੇ ਆਈ ਹੈ, ਪਰ ਇੱਥੇ ਆ ਕੇ ਸਿਰਫ ਉਹਦੀ ਗ੍ਰੈਜੂਏਸ਼ਨ ਦੇ 2 ਸਾਲ ਗਿਣੇ ਜਾਣੇ ਸੀ, ਤੇ ਇਸ ਕਰਕੇ ਵਰਦੀਪ ਨੇ ਚਾਈਲਡ ਕੇਅਰ ਐਂਡ ਕਾਉਂਸਲਿੰਗ ਦਾ ਕੋਰਸ ਕਰ ਲਿਆ, ਡਿਪਲੋਮਾ ਲੈ ਲਿਆ ਤੁਸੀਂ। ਸੋ ਇਹ ਗੱਲਬਾਤ ਇਸ ਤਰ੍ਹਾਂ ਜਾਰੀ ਰਹੂਗੀ। ਆਪਾਂ ਛੋਟੀ ਜਿਹੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਵਰਦੀਪ ਦੇ ਕੋਲੋਂ ਅਸੀਂ ਹੋਰ ਜਾਣਾਂਗੇ ਕਿ ਆਪਾਂ ਨੂੰ ਇਸ ਮੁਲਕ ਦੇ ਵਿੱਚ ਇੱਥੇ ਆ ਕੇ ਕੰਮ ਕਰਨ ਲਈ ਕਿਹੜੀ ਜਾਣਕਾਰੀ ਹੋਣੀ ਜ਼ਰੂਰੀ ਹੈ, ਸਿਰਫ ਡੇ ਕੇਅਰ ਦੀ ਨਹੀਂ, ਬਾਕੀ ਹੋਰ ਫੀਲਡਸ ਦੇ ਸੰਬੰਧੀ ਵੀ। ਸੋ ਲੈਣੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਮਿਲਦੇ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਗੱਲਬਾਤ ਵਿੱਚ। ਤੇ ਇਸ ਵੇਲੇ ਤੁਸੀਂ ਸ਼ਾਮਲ ਹੋ ਰਹੇ ਹੋ ਵਰਦੀਪ ਥਿੰਦ ਹੋਰਾਂ ਦੇ ਨਾਲ। ਵਰਦੀਪ ਥਿੰਦ ਸਾਨੂੰ ਜਾਣਕਾਰੀ ਦੇ ਰਹੇ ਨੇ ਡੇ ਕੇਅਰ ਤੇ ਡੇ ਹੋਮਸ ਦੇ ਬਾਰੇ 'ਚ। ਇਸ ਮੁਲਕ ਦੇ ਵਿੱਚ ਜਿੱਥੇ ਆਪਾਂ ਰਹਿ ਰਹੇ ਹਾਂ, ਇੱਥੇ ਬੱਚਿਆਂ ਦੀ ਪਾਲਣ ਪੋਸ਼ਣ
ਬਹੁਤ ਧਿਆਨ ਨਾਲ ਕਰਨ ਵਾਲੀ ਹੈ। ਇਹ ਨਹੀਂ ਹੈ ਕਿ ਤੁਸੀਂ ਬੱਚੇ ਨੂੰ ਘਰ ਛੱਡ ਜਾਓ, ਆਪ ਘਰੋਂ ਬਾਹਰ ਘੰਟਾ 2 ਘੰਟੇ ਗਾਇਬ ਰਹੋ ਤੇ ਆ ਕੇ ਦਰਵਾਜ਼ਾ ਖੋਲ੍ਹੋ ਤੇ ਨਿਆਣਾ ਰੋ ਰੋ ਕੇ ਹਾਲੋ ਬੇਹਾਲ ਹੁੰਦਾ ਹੋਵੇ। ਇਹ ਚੀਜ਼ ਇੱਥੇ ਨਹੀਂ ਚੱਲਦੀ। ਜਿੰਨਾ ਚਿਰ ਤੱਕ ਬੱਚੇ ਆਪਣੇ ਆਪ ਜੋਗੇ ਸੰਭਲਣ ਜੋਗੇ ਨਹੀਂ ਹੋ ਜਾਂਦੇ, ਹਮੇਸ਼ਾ ਕਿਸੇ ਨਾ ਕਿਸੇ ਨੂੰ ਉਹਦੇ ਕੋਲ ਰਹਿਣਾ ਪੈਂਦਾ ਤੇ ਉਹਦੀ ਸਹੀ ਸੰਭਾਲ ਕਰਨੀ ਪੈਂਦੀ ਹੈ। ਨੌਕਰੀ ਕਰਨ ਵਾਲੇ ਮਾਂ-ਬਾਪ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਛੱਡਣ ਲਈ ਜਿਨ੍ਹਾਂ ਨੂੰ ਮਜਬੂਰ ਹੋਣਾ ਪੈਂਦਾ, ਉਹਨਾਂ ਵਾਸਤੇ ਡੇ ਕੇਅਰ ਦਾ ਤੇ ਡੇ ਹੋਮਸ ਦਾ ਬਹੁਤ ਖੂਬਸੂਰਤ ਪ੍ਰਬੰਧ ਹੈ। ਇਹਨਾਂ ਚੋਣਾਂ ਦੇ ਵਿੱਚ ਤੁਸੀਂ ਇੱਕ ਬਹੁਤ ਅਹਿਮ ਗੱਲ ਵੀ ਸੁਣੀ ਹੋਣੀ ਹੈ, ਜਿਹੜੀ ਮੈਂ ਵੀ ਸੁਣੀ ਹੈ ਕਿ $10 ਪ੍ਰਤੀ ਦਿਨ ਡੇ ਕੇਅਰ ਵਾਲੀ। ਸੋ ਉਹ ਵੀ ਆਪਾਂ ਵਰਦੀਪ ਦੇ ਨਾਲ ਸਾਂਝੀ ਕਰਾਂਗੇ ਕਿ ਉਹ ਕੀ ਸਿਸਟਮ ਹੈ। ਵਰਦੀਪ, ਮੈਂ ਪਹਿਲਾਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੀ ਹਾਂ ਕਿ ਫਰਜ਼ ਕਰੋ ਮੈਂ ਬਾਹਰੋਂ ਆਈ ਹਾਂ, ਹਾਂਜੀ, ਮੈਂ ਉੱਥੇ ਟੀਚਰ ਸੀਗੀ, ਪੜ੍ਹਾਉਂਦੀ ਸੀ, ਮੈਂ ਸੋਚਿਆ ਮੈਂ ਕੁਝ ਕਰਨਾ ਚਾਹੁੰਦੀ ਹਾਂ, ਕੀ ਮੈਂ ਡੇ ਕੇਅਰ ਜਾਂ ਡੇ ਹੋਮ ਵਾਲਾ ਪੇਸ਼ਾ ਅਪਣਾ ਸਕਦੀ ਹਾਂ? ਜੇ ਅਪਣਾ ਸਕਦੀ ਹਾਂ ਤਾਂ ਮੈਨੂੰ ਕੀ ਕਰਨਾ ਪਊਗਾ? ਹਾਂਜੀ, ਮੈਂ ਥੋੜਾ ਜਿਹਾ ਇੱਥੇ ਪਹਿਲਾਂ ਬੈਕਗਰਾਉਂਡ 'ਚ ਲੈ ਕੇ ਜਾਊਂਗੀ ਜੀ। ਜਿਸ ਟਾਈਮ ਮੈਂ ਆਈ ਸੀ 2009 ਤੇ ਬਹੁਤ ਸਾਲਾਂ ਤੱਕ ਉਸ ਤੋਂ ਬਾਅਦ ਵੀ ਇਹ ਚੱਲਦਾ ਰਿਹਾ ਕਿ ਜੇ ਤੁਸੀਂ ਇੰਡੀਆ ਤੋਂ ਤੁਹਾਡੀ ਕੁਆਲੀਫਿਕੇਸ਼ਨ ਹੈ, ਤੁਸੀਂ ਮਾਸਟਰਸ ਹੋ ਜਾਂ ਤੁਸੀਂ ਬੀਐਡ ਕੀਤੀ ਆ, ਤੁਸੀਂ ਇੱਥੇ ਆ ਕੇ ਐਡਮਿੰਟਨ ਆਪਣੇ ਸਰਟੀਫਿਕੇਟ IQS ਨੂੰ ਭੇਜਦੇ ਸੀ, ਉਹ ਤੁਹਾਡੀ ਅਸੈਸਮੈਂਟ ਕਰਦੇ ਸੀ, ਤੁਹਾਨੂੰ ਲੈਵਲ 2 ਜਾਂ 3 ਬਹੁਤ ਆਸਾਨੀ ਨਾਲ ਮਿਲ ਜਾਂਦਾ ਸੀ। ਹਾਂ, ਮੈਂ ਦੱਸ ਦਵਾਂ ਕਿ ਮੈਂ ਵੀ ਟਰਾਈ ਕੀਤੀ ਸੀ। ਅੱਛਾ ਜੀ। ਮੈਂ ਵੀ ਆਪਣਾ ਕਰਾਇਆ ਸੀ ਤੇ ਮੈਨੂੰ ਤਾਂ ਲੈਵਲ 1 ਹੀ ਮਿਲਿਆ ਸੀ। ਹਾਂਜੀ। ਉਹਦਾ ਰੀਜ਼ਨ ਕੀ, ਮੈਂ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝ ਪਾਉਂਦੀ ਹਾਂ ਕਿ ਮੈਂ ਉੱਥੇ ਇੰਗਲਿਸ਼ ਲੈਕਚਰਰ ਸੀ, ਇੰਗਲਿਸ਼ ਦੀ ਮਾਸਟਰਸ ਕੀਤੀ ਹੋਈ ਸੀ ਤੇ ਮੈਂ ਉੱਥੇ 35 ਸਾਲ ਪੜ੍ਹਾ ਕੇ ਵੀ ਆਈ ਸੀ। ਜਦੋਂ ਮੈਂ ਆਪਣੇ ਸਰਟੀਫਿਕੇਟ ਭੇਜੇ ਤਾਂ ਮੈਨੂੰ ਉਹਨਾਂ ਨੇ ਲੈਵਲ 1 ਦਿੱਤਾ, ਜਿਹੜਾ ਸਭ ਤੋਂ ਥੱਲੇ ਅਸਿਸਟੈਂਟ ਵਾਲਾ ਹੁੰਦਾ ਹੈ। ਹਾਂਜੀ। ਮੈਂ ਉਹਨਾਂ ਨੂੰ ਪੁੱਛਿਆ ਵੀ ਮੈਨੂੰ ਲੈਵਲ 1 ਕਿਉਂ ਮਿਲਿਆ? ਉਹ ਕਹਿੰਦੇ ਜੀ ਤੁਸੀਂ ਜਿਹੜਾ ਤੁਹਾਡਾ ਗ੍ਰੈਜੂਏਸ਼ਨ ਹੈ ਉਹਦੇ ਵਿੱਚ ਇੰਗਲਿਸ਼ ਨਹੀਂ ਪੜ੍ਹੀ। ਹਾਂਜੀ। ਇੰਗਲਿਸ਼ ਨਹੀਂ ਪੜ੍ਹੀ ਮੀਨਸ ਕਿ ਮੈਂ ਪ੍ਰੀ ਯੂਨੀਵਰਸਿਟੀ 'ਚ ਇੰਗਲਿਸ਼ ਪੜ੍ਹੀ ਸੀ, ਬਟ ਉਸ ਤੋਂ ਅਗਾਂਹ ਕਿਉਂਕਿ ਮੈਂ ਸਾਇੰਸ ਗਰੁੱਪ ਸੀ, ਮੈਂ ਇੰਗਲਿਸ਼ ਪੜ੍ਹੀ ਨਹੀਂ। ਮੈਂ ਫੋਨ 'ਤੇ ਉਹਦੇ ਨਾਲ ਗੱਲ ਕੀਤੀ ਜੀ, ਮੈਂ ਸਾਰਾ ਕੁਝ ਇੰਗਲਿਸ਼ 'ਚ ਪੜ੍ਹਿਆ ਹੈ, ਮੈਂ ਸਾਇੰਸ ਸਟੂਡੈਂਟ ਹਾਂ, ਮੈਂ ਮਾਸਟਰਸ ਇੰਗਲਿਸ਼ ਦੀ। ਨਹੀਂ ਜੀ, ਤੁਸੀਂ ਕਿਉਂਕਿ ਤੁਹਾਡੀ ਜਿਹੜੀ +2 ਹੈ ਨਾ ਉਹਦੇ 'ਚ ਇੰਗਲਿਸ਼ ਨਹੀਂ ਹੈਗੀ ਤੇ ਇਸ ਕਰਕੇ ਜੀ ਮੈਨੂੰ ਲੈਵਲ 1 ਨਹੀਂ ਮਿਲਿਆ। ਉਸ ਤੋਂ ਬਾਅਦ ਮੈਂ ਵੀ ਤੌਬਾ ਕਰ ਲਈ ਕਿ ਹੁਣ ਨਹੀਂ ਮੈਂ ਜਾਂਦੀ, ਚਾਹੇ ਜੋ ਮਰਜ਼ੀ ਹੋ ਜਾਏ। ਸੋ ਇਹ ਹੁਣ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ ਕਿ ਕਿਸ ਤਰੀਕੇ ਦੇ ਨਾਲ ਇਹ ਕੀ ਪ੍ਰੋਸੈਸ ਹੈ, ਕਿਉਂ ਤੇ ਕਿਹੜਾ ਲੈਵਲ ਮਿਲਦਾ ਹੈ। ਹਾਂਜੀ, ਸੋ ਫਿਰ ਉਦੋਂ ਤਾਂ ਤੁਸੀਂ ਚਲੋ ਅਸੈਸਮੈਂਟ ਭੇਜਦੇ ਸੀ, ਜਿਵੇਂ ਮੈਂ ਦੱਸਿਆ ਤੁਹਾਨੂੰ ਲੈਵਲ 2 ਜਾਂ 3 ਤਾਂ ਬਹੁਤ ਆਸਾਨੀ ਨਾਲ ਮਿਲ ਜਾਂਦਾ ਸੀ, ਹੈ ਨਾ ਜੀ। ਪਰ ਹੌਲੀ ਹੌਲੀ ਮੈਨੂੰ ਲੱਗਦਾ ਸਿਸਟਮ 'ਚ ਬਹੁਤ ਕੁਝ ਹੋਇਆ, ਜਿੱਥੇ ਬਹੁਤ ਲੋਕ ਸੀ ਜਿਨ੍ਹਾਂ ਨੇ ਪਿੱਛੇ ਜੌਬ ਵੀ ਨਹੀਂ ਕੀਤੀ ਸੀ। ਹੁਣ ਆਪਾਂ ਬਹੁਤ ਸਾਰੇ ਜਾਣਕਾਰ ਵੀ ਲੋਕ ਉੱਥੋਂ ਡਿਗਰੀਆਂ ਵੀ ਬਣਾ ਕੇ ਲੈ ਆਉਂਦੇ ਆ, ਹੈ ਨਾ ਜੀ। ਤੇ ਇੱਥੇ ਬਹੁਤ ਕੁਝ ਇਹੋ ਜਿਹਾ ਫੜਿਆ ਵੀ ਗਿਆ। ਹਾਂਜੀ, ਤੇ ਫਿਰ ਥੋੜੀ ਜਿਹੀ ਸਟ੍ਰਿਕਟਨੈਸ ਲਿਆਂਦੀ ਉਹਨਾਂ ਨੇ ਸਿਸਟਮ ਵਿੱਚ। ਹੁਣ ਤੁਸੀਂ ਜੇ ਡੇ ਕੇਅਰ ਵਿੱਚ ਕੰਮ ਕਰਨਾ ਆ ਜਾਂ ਡੇ ਹੋਮ ਆਪਦਾ ਖੋਲ੍ਹਣਾ ਆ, ਕਿਉਂਕਿ ਡੇ ਹੋਮ ਖੋਲ੍ਹਣ ਲਈ ਵੀ ਕੁਆਲੀਫਿਕੇਸ਼ਨ ਤੁਹਾਡੇ ਕੋਲ ਲੈਵਲ 1 ਹੋਣਾ ਬਹੁਤ ਜ਼ਰੂਰੀ ਆ। ਲੈਵਲ 1? ਹਾਂਜੀ, ਇਹ ਜਿਹੜੀ ਲੋਅਰ ਲੈਵਲ ਹੈ ਸਾਰਾ। ਹਾਂਜੀ, ਸਭ ਤੋਂ ਪਹਿਲਾਂ ਹੁੰਦਾ ਜੀ ਲੈਵਲ 1, ਫਿਰ ਲੈਵਲ 2, ਫਿਰ ਲੈਵਲ 3। ਤੇ ਉਹਦੇ ਵਿੱਚ ਹੁਣ ਇਹ ਆ ਜੀ ਕਿ ਤੁਹਾਨੂੰ ਪਹਿਲਾਂ ਪੜ੍ਹਾਈ ਹੀ ਕਰਨੀ ਪੈਣੀ ਆ, ਭਾਵੇਂ ਤੁਸੀਂ ਲੈਵਲ 1 ਲੈਣਾ ਆ, ਲੈਵਲ ਫਿਰ ਤਾਂ ਚਲੋ ਉੱਪਰ ਤਾਂ ਜਾਣ ਲਈ ਤਾਂ ਜਿਵੇਂ ਉਦੋਂ ਮੈਨੂੰ ਜਾਣੀ ਮੇਰੇ ਕੁਆਲੀਫਿਕੇਸ਼ਨ ਦੇ ਆਧਾਰ ਤੇ ਚਲੋ ਘੱਟੋ ਘੱਟ ਵਾਲਾ ਲੈਵਲ ਉਹਨਾਂ ਦੇ ਦਿੱਤਾ। ਹਾਂਜੀ, ਪਰ ਹੁਣ ਨਹੀਂ ਦਿੰਦੇ ਹੋ। ਹੁਣ ਲੈਵਲ 1 ਜੇ ਲੈਣਾ ਹੋਵੇ ਤਾਂ ਬਹੁਤ ਕੀ ਅੱਜ ਕੱਲ੍ਹ ਜਾਂ ਜੇ ਤਾਂ ਤੁਹਾਡੇ ਕੋਲ ਟਾਈਮ ਆ ਤੇ ਤੁਸੀਂ ਸਕੂਲ 'ਚ ਜਾ ਕੇ ਪੜ੍ਹਨਾ ਚਾਹੁੰਦੇ ਹੋ, ਕਿਸੇ ਕਾਲਜ 'ਚ ਜਾ ਕੇ, ਤਾਂ ਤੁਸੀਂ ਉਹ ਕਰ ਸਕਦੇ ਹੋ। ਪਰ ਜੇ ਤੁਹਾਨੂੰ ਲੱਗਦਾ ਹੈ ਕਿ ਨਹੀਂ ਮੈਂ ਵੋਲੰਟੀਅਰ ਕਰ ਸਕਦੀ ਹਾਂ ਕਿਸੇ ਡੇ ਕੇਅਰ ਵਿੱਚ, ਬਹੁਤ ਲੋਕ ਵੋਲੰਟੀਅਰ ਕਰਦੇ ਆ ਡੇ ਕੇਅਰ ਵਿੱਚ, ਫਿਰ ਉਸ ਤੋਂ ਬਾਅਦ ਉੱਥੇ ਹੀ ਜੇ ਉਹ ਹਾਇਰ ਹੋ ਜਾਂਦੇ ਆ ਤਾਂ ਫਿਰ ਅਸੀਂ ਜਿਵੇਂ ਭੇਜ ਦਿੰਦੇ ਹਾਂ ਅੱਗੇ ਅਲਬਰਟਾ ਜਿਹੜੀ ਸਰਟੀਫਿਕੇਸ਼ਨ ਹੁੰਦੀ ਅਸੀਂ ਉਹਨਾਂ ਨੂੰ ਭੇਜ ਦਿੰਦੇ ਹਾਂ ਇੱਕ ਈਮੇਲ ਕਿ ਹਾਂਜੀ ਇਹ ਬੰਦਾ ਸਾਡੇ ਇੱਥੇ ਹਾਇਰ ਹੋ ਗਿਆ ਵਾ ਤੇ ਤੁਸੀਂ ਇਹਨਾਂ ਲਈ ਲੈਵਲ 1 ਖੋਲ੍ਹ ਦਿਓ, ਹੈ ਨਾ। ਫਿਰ ਉਹ ਤੁਹਾਨੂੰ ਇੱਕ ਲਿੰਕ ਭੇਜਦੇ ਆ, ਉਸ ਲਿੰਕ ਦੇ ਥਰੂ ਤੁਸੀਂ ਆਪਦਾ ਲੈਵਲ 1 ਲੈ ਸਕਦੇ ਹੋ। ਅੱਛਾ, ਉਹ ਕਿੰਨੀ ਕੁ ਪੜ੍ਹਾਈ ਹੁੰਦੀ ਹੈ? ਪੜ੍ਹਾਈ ਨਹੀਂ ਜੀ ਹੁੰਦੀ, ਉਹ ਤੁਹਾਡੇ ਐਕਸਪੀਰੀਅੰਸ ਦੇ ਬੇਸ ਤੇ ਕੁਐਸਚਨ ਆਨਸਰ ਹੁੰਦੇ ਜਿਹੜੇ ਤੁਸੀਂ ਕਰਨੇ ਆ। ਅੱਛਾ, ਸੌਖਾ ਹੀ ਹੈ ਜਾਣੀ। ਹਾਂਜੀ, ਸੌਖਾ ਵਾ ਜੇ ਤੁਸੀਂ ਇਸ ਫੀਲਡ 'ਚ, ਨਹੀਂ ਸੌਖਾ ਜੇ ਤੁਸੀਂ ਕਦੀ ਬੱਚਿਆਂ ਨਾਲ ਕੰਮ ਨਹੀਂ ਕੀਤਾ। ਓਕੇ, ਠੀਕ ਹੈ। ਜਾਣੀ ਮੈਨੂੰ ਲੱਗਦਾ ਕਿ ਇਸ ਮੁਲਕ ਦੇ ਵਿੱਚ ਕੋਈ ਵੀ ਕੰਮ ਸੌਖਾ ਨਹੀਂ ਹੈ। ਕੋਈ ਵੀ ਨਹੀਂ ਜੀ। ਤੇ ਜੇ ਪੜ੍ਹਨ ਲੱਗ ਜਾਓ ਤਾਂ ਫਿਰ ਸੌਖਾ। ਹਾਂਜੀ, ਜੇ ਪੜ੍ਹਨ ਲੱਗ ਜਾਓ, ਜੇ ਤੁਸੀਂ ਉਹਨੂੰ ਸਮਝੋ, ਜਦੋਂ ਤੁਸੀਂ ਸ਼ੁਰੂ ਕਰ ਲਿਆ ਕੰਮ ਤੇ ਤੁਸੀਂ ਆਪਦੇ ਉਸ ਕੰਮ ਨੂੰ ਸਮਝੋ, ਫਿਰ ਤਾਂ ਬਹੁਤ ਸੌਖਾ ਜੀ। ਹਾਂਜੀ, ਤੇ ਫਿਰ ਤੁਸੀਂ ਅੱਗੇ ਜੇ ਲੈਵਲ 2 ਤੁਸੀਂ ਕਰਨਾ ਚਾਹੁੰਦੇ ਹੋ ਜਾਂ ਲੈਵਲ 3 ਕਰਨਾ ਚਾਹੁੰਦੇ ਹੋ, ਫਿਰ ਉਹਦੇ ਲਈ ਤਾਂ ਕਾਲਜ ਹੀ ਚੋਇਸ ਆ, ਹੋਰ ਕੋਈ ਚੋਇਸ ਨਹੀਂ ਆ। ਤੁਹਾਨੂੰ ਲੈਵਲ 3 ਮਿਲ ਗਿਆ ਸੀ? ਹਾਂਜੀ, ਮੈਨੂੰ ਲੈਵਲ ਮਿਲ ਗਿਆ। ਹਾਂਜੀ, ਇੱਕ ਤਾਂ ਮੇਰੀ ਮਾਸਟਰਸ ਕਾਊਂਟ ਹੋਈ ਜੀ ਪਿੱਛੋਂ, ਤੇ ਦੂਜਾ ਮੈਂ ਇੱਥੇ ਆ ਕੇ ਜਿਹੜੀ ਪੜ੍ਹਾਈ ਕੀਤੀ ਆ। ਕੀ ਪੜ੍ਹਾਈ ਕੀਤੀ ਸੀ ਤੁਸੀਂ? ਮੈਂ ਚਾਈਲਡ ਐਂਡ ਯੂਥ ਕੇਅਰ ਕਾਉਂਸਲਿੰਗ ਦਾ ਡਿਪਲੋਮਾ ਕੀਤਾ ਸੀ। ਜਾਣੀ ਇਹ ਚਾਈਲਡ ਐਂਡ ਯੂਥ ਕੇਅਰ ਕਾਉਂਸਲਿੰਗ ਜਿਹੜਾ ਵਾ, ਇਹ ਵਾਲੇ ਡਿਪਲੋਮਾ ਹੀ ਕਰਨਾ ਚਾਹੀਦਾ ਕਿ ਜਾਂ ਹੋਰ ਕੁਝ ਕਰਨਾ ਪੈਂਦਾ ਹੈ ਲੈਵਲ 3 ਲੈਣ ਵਾਸਤੇ ਜਾਂ 2 ਲੈਣ ਵਾਸਤੇ? ਉਹਦੇ ਲਈ ਚਾਈਲਡ ਕੇਅਰ ਸਰਟੀਫਿਕੇਸ਼ਨ ਕਰਨੀ ਪੈਂਦੀ ਹੈ ਜੀ ਤੁਹਾਨੂੰ। ਓਕੇ,
ਹਾਂਜੀ ਫਿਰ ਉਹਦੇ ਵਿੱਚ ਤੁਸੀਂ ਲੈਵਲਸ 'ਚ ਜਾਂਦੇ ਹੋ। ਜੇ ਤੁਹਾਡਾ ਆਲਰੇਡੀ ਤੁਹਾਡੇ ਕੋਲ ਲੈਵਲ 1 ਆ ਫਿਰ ਤੁਸੀਂ ਲੈਵਲ 2 ਲਈ ਕਰ ਸਕਦੇ ਹੋ, ਜੇ ਜਾਂ ਲੈਵਲ 3 ਲਈ ਕਰਨਾ ਤੁਸੀਂ। ਕਈ ਲੋਕੀ ਲੈਵਲ 1 ਤੋਂ ਸਿੱਧਾ ਲੈਵਲ 3 ਵੱਲ ਜਾਣਾ ਚਾਹੁੰਦੇ ਆ, ਫਿਰ ਉਹ ਤੁਹਾਡੀ ਪੜ੍ਹਾਈ ਉਸ ਹਿਸਾਬ ਨਾਲ ਵੰਡੀ ਜਾਂਦੀ ਹੈ, 1 ਸਾਲ ਦੀ ਹੋ ਜੂਗੀ, 2 ਸਾਲ ਦੀ ਹੋ ਜੂਗੀ। ਇਹ ਫਿਰ ਰੈਗੂਲਰ ਕਰਨੀ ਪੈਂਦੀ ਹੈ ਕਾਲਜ ਦੇ ਵਿੱਚ? ਹਾਂਜੀ ਬਹੁਤੇ ਥਾਵਾਂ ਤੇ ਰੈਗੂਲਰ ਵੀ ਕਰਦੇ ਆ ਤੇ ਕਈ ਥਾਵਾਂ ਤੇ ਉਹ ਚੋਇਸ ਵੀ ਦਿੰਦੇ ਆ ਕਿ ਤੁਸੀਂ ਈਵਨਿੰਗ ਕਲਾਸਿਸ ਵੀ ਕਰਨੀ ਆ ਤਾਂ ਤੁਹਾਡੇ ਕੋਲ ਈਵਨਿੰਗ ਕਲਾਸਿਸ ਵੀ ਤੁਸੀਂ ਕਰ ਸਕਦੇ ਹੋ। ਓਕੇ, ਜਾਣੀ ਜੇ ਕਿਸੇ ਨੇ ਚਾਈਲਡ ਕੇਅਰ ਜਾਂ ਚਾਈਲਡ ਹੋਮ ਦੇ ਵਿੱਚ ਕੰਮ ਕਰਨਾ ਹੈ, ਹਾਂਜੀ ਚਾਈਲਡ ਹੋਮ ਤਾਂ ਚਲ ਬੰਦਾ ਆਪਣੇ ਘਰ ਖੋਲੂਗਾ, ਉਹਨੂੰ ਘੱਟੋ ਘੱਟ ਲੈਵਲ 1 ਦੀ ਪੜ੍ਹਾਈ ਕਰਨੀ ਪਊਗੀ। ਹਾਂਜੀ ਬਿਲਕੁਲ। ਤੇ ਜਿਹਨੇ ਜਿਹੜਾ ਹੈਗਾ ਡੇ ਕੇਅਰ ਦੇ ਵਿੱਚ ਜੌਬ ਕਰਨੀ ਹੈ, ਸੈਂਟਰ ਦੇ ਵਿੱਚ ਕਰਨੀ ਹੈ, ਉਹਨਾਂ ਨੂੰ ਫਿਰ ਲੈਵਲ 2 ਤੇ ਲੈਵਲ 3 ਦੀ ਸਰਟੀਫਿਕੇਸ਼ਨ ਚਾਹੀਦੀ ਹੈ। ਨਹੀਂ ਜੀ ਡੇ ਕੇਅਰ 'ਚ ਵੀ ਲੈਵਲ 1 ਵਾਲਾ ਕਰ ਸਕਦਾ ਆ ਹਨਾ ਜੀ। ਇਹ ਤਾਂ ਤੁਹਾਡੀ ਆਪਣੀ ਮਰਜ਼ੀ ਹੈ ਕਿ ਤੁਸੀਂ ਅੱਗੇ ਕਿੰਨਾ ਜਾਣਾ। ਹੁਣ ਜੇ ਤੁਸੀਂ ਮੈਨੇਜਮੈਂਟ 'ਚ ਆਉਣਾ ਜਿਵੇਂ ਕਿ ਮੈਂ ਆ ਜੀ, ਤਾਂ ਉੱਥੇ ਤੁਹਾਨੂੰ ਲੈਵਲ 3 ਹੀ ਚਾਹੀਦਾ। ਓਕੇ ਹਾਂਜੀ ਸੋ ਜਾਣੀ ਇਹ ਜਿਹੜਾ ਆਪਾਂ ਡੇ ਹੋਮ ਨੂੰ ਤੇ ਛੱਡਦੇ ਨੇ ਕਿਉਂਕਿ ਡੇ ਹੋਮ ਤਾਂ ਘਰਾਂ ਦੇ ਵਿੱਚ ਹੀ ਨੇ, ਉੱਥੇ ਉਹਨਾਂ ਨੇ ਹੀ ਸਾਰਾ ਕੁਝ ਆਪ ਹੀ ਮੈਨੇਜ ਕਰਨਾ, ਆਪ ਹੀ ਸਾਰਾ ਕੁਝ ਕਰਨਾ ਅਕੋਰਡਿੰਗ ਟੂ ਦਾ ਨੋਰਮਸ ਆਫ ਦਾ ਜਿਹੜਾ ਲਾਇਸੈਂਸਿੰਗ ਹੈ ਤੁਹਾਡੀ, ਉਹਦੇ ਅਕੋਰਡਿੰਗਲੀ ਕਰਨਾ। ਤੇ ਜਿਹੜੇ ਡੇ ਸੈਂਟਰ ਨੇ, ਡੇ ਸੈਂਟਰ ਦੇ ਵਿੱਚ ਤੁਸੀਂ ਵੱਖ-ਵੱਖ ਲੈਵਲ ਤੇ ਜਾ ਸਕਦੇ ਹੋ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜਿਹੜੇ ਇਸ ਕਿੱਤੇ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਤੁਸੀਂ ਡੇ ਕੇਅਰ ਦੇ ਵਿੱਚ ਕੰਮ ਕਰਨ ਵਾਸਤੇ ਤੁਸੀਂ ਪਹਿਲਾਂ ਇਹ ਸੋਚਣਾ ਕਿ ਮੈਂ ਕਿਹੜੇ ਲੈਵਲ ਦਾ ਕੰਮ ਕਰਨਾ ਹੈ। ਸੋ ਪਹਿਲਾਂ ਲੈਵਲ 1 ਦਾ ਹੈ, ਫਿਰ ਲੈਵਲ 2 ਤੱਕ ਵੀ ਤੁਸੀਂ ਜਾ ਸਕਦੇ ਹੋ ਤੇ ਲੈਵਲ 3 ਤੱਕ ਵੀ। ਇਹਨਾਂ ਦੇ ਕੰਮਾਂ ਦੇ ਵਿੱਚ ਕੀ ਫਰਕ ਹੈ ਵਰਦੀਪ, ਕਿ ਲੈਵਲ 1 ਦਾ ਕੰਮ ਕੀ ਹੁੰਦਾ, 2 ਦਾ ਕੀ ਹੁੰਦਾ, 3 ਦਾ ਤੇ ਤੁਸੀਂ ਦੱਸਿਆ ਕਿ ਐਡਮਿਨਿਸਟ੍ਰੇਸ਼ਨ ਦਾ ਹੁੰਦਾ? ਨਹੀਂ ਲੈਵਲ 1 2 3 ਦਾ ਕੰਮ ਤਾਂ ਸੇਮ ਹੀ ਹੁੰਦਾ ਜੀ। ਅੱਛਾ ਹਾਂਜੀ ਹਰ ਏਜ ਗਰੁੱਪ ਨਾਲ ਉਹ ਕੰਮ ਕਰ ਸਕਦੇ ਆ। ਸਿਰਫ ਇੱਕ ਸਕੂਲ ਏਜ ਆ ਜਿੱਥੇ ਲੈਵਲ 1 ਨਹੀਂ ਕੰਮ ਕਰ ਸਕਦਾ, ਉੱਥੇ ਤੁਹਾਡੇ ਕੋਲ ਲੈਵਲ 2 ਜਾਂ ਲੈਵਲ 3 ਹੀ ਹੋਣਾ ਚਾਹੀਦਾ। ਸਕੂਲ ਏਜ ਦੇ ਬੱਚੇ ਜਿਹੜੇ ਸਕੂਲ ਪੜ੍ਹਦੇ ਜਿਨ੍ਹਾਂ ਨੂੰ ਤੁਸੀਂ ਹਾਂਜੀ ਸਕੂਲ ਕੇਅਰ ਜਿਨ੍ਹਾਂ ਨੂੰ ਦਿੰਦੇ ਹੋ। ਇਹਦਾ ਮਤਲਬ ਕਿ ਜਿਹੜਾ ਲੈਵਲ 1 ਵਾਲਾ ਵਾ, ਜੇ ਤੁਹਾਡੇ ਕੋਲ 12 ਮਹੀਨੇ ਦਾ ਬੱਚਾ ਆਉਂਦਾ ਜਾਂ ਤੁਸੀਂ ਕਹ 3 ਮਹੀਨੇ ਦਾ ਆਉਂਦਾ, ਉਹ ਉਹਨੂੰ ਸੰਭਾਲ ਸਕਦਾ? ਉਹਨੂੰ ਵੀ ਸੰਭਾਲ ਸਕਦਾ, ਉਹ ਪ੍ਰੀ ਸਕੂਲ ਤੱਕ ਬੱਚੇ ਸੰਭਾਲ ਸਕਦਾ, ਜਿੱਥੋਂ ਪ੍ਰੀ ਸਕੂਲ ਹੁੰਦਾ ਜੀ 5 ਸਾਲ ਤੱਕ। ਸੋ ਛੋਟਾ ਬੱਚਾ 3 ਮਹੀਨਿਆਂ ਤੋਂ ਲੈ ਕੇ 5 ਸਾਲ ਤੱਕ ਉਹ ਸੰਭਾਲ ਸਕਦਾ ਹੈ, ਬਟ ਜਿਉਂ ਬੱਚਾ ਅੱਗੇ ਗਿਆ ਵਾ ਸਕੂਲ ਏਜ ਵਿੱਚ ਫਿਰ ਨਹੀਂ ਉਹ ਸੰਭਾਲ ਸਕਦਾ। ਸੋ ਇਹ ਜਿਹੜਾ ਹੁਣ ਤੁਸੀਂ ਦੱਸਿਆ ਕਿ ਸਰਟੀਫਿਕੇਸ਼ਨ ਲੈਣੀ ਪੈਂਦੀ ਹੈ ਲੈਵਲ 1 ਲੈਵਲ 2, ਇਹਦੇ ਲਈ ਬੇਸਿਕ ਕੁਆਲੀਫਿਕੇਸ਼ਨ ਕੀ ਹੈ? ਖੈਰ ਇਹਦੇ ਲਈ ਕੋਈ ਬੇਸਿਕ ਕੁਆਲੀਫਿਕੇਸ਼ਨ ਤਾਂ ਨਹੀਂ ਹੁੰਦੀਗੀ ਹੈ ਨਾ, ਤੁਸੀਂ ਸਿਰਫ ਅਪਲਾਈ ਕਰਨਾ ਜਾ ਕੇ ਕਾਲਜ ਵਿੱਚ। ਚਾਹੇ ਤੁਸੀਂ ਮੈਟ੍ਰਿਕ ਕੀਤੀ ਹੈ, ਚਾਹੇ ਤੁਸੀਂ +2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ। ਹਾਂਜੀ ਕੋਈ ਇਹਦੀ ਨਹੀਂ ਪਹਿਲਾਂ ਹੁੰਦਾ ਕੁਝ ਤੁਹਾਨੂੰ ਕਰਾਉਣਾ ਪੈਂਦਾ? ਕੀ ਕਿਹਾ ਸੀ ਤੁਸੀਂ? ਇਹਦੀ ਅਸੈਸਮੈਂਟ ਨਹੀਂ ਕਰਾਉਣੀ ਪੈਂਦੀ। ਜੇ ਤੁਸੀਂ ਕਾਲਜ ਵਿੱਚ ਜਾ ਕੇ ਫੁੱਲ ਟਾਈਮ ਸਟੂਡੈਂਟ ਬਣ ਕੇ ਪੜ੍ਹ ਰਹੇ ਹੋ ਤਾਂ ਤੁਹਾਨੂੰ ਅਸੈਸਮੈਂਟ ਨਹੀਂ ਕਰਾਉਣੀ ਪਊਗੀ। ਓਕੇ ਹਾਂਜੀ ਫਿਰ ਉਹ ਤੁਹਾਨੂੰ ਐਡਮਿਸ਼ਨ ਹੀ ਉਸ ਹਿਸਾਬ ਨਾਲ ਦੇਣਗੇ ਕਿ ਤੁਹਾਡੇ ਕੋਲ ਬੇਸਿਕ ਕੁਆਲੀਫਿਕੇਸ਼ਨ ਹੈਗੀ ਹੈ। ਹਾਂਜੀ ਬਿਲਕੁਲ, ਉਹ ਫਿਰ ਤੁਹਾਡਾ ਸਾਰਾ ਚੈੱਕ ਕਰਨਗੇ ਜੀ ਤੇ ਫਿਰ ਉਸ ਹਿਸਾਬ ਨਾਲ ਦੇਖਣਗੇ ਕਿ ਕਿੱਥੇ ਤੁਹਾਨੂੰ ਕਰਨਾ ਪੈਣਾ ਵੀ ਤੁਸੀਂ ਕਿੱਥੇ ਖੜੇ ਹੋ, ਉਸ ਹਿਸਾਬ ਦੇ ਨਾਲ ਤੁਹਾਨੂੰ ਮਿਲੇਗਾ। ਹਾਂਜੀ ਠੀਕ ਹੈ। ਸੋ ਇਹ ਹੈ ਕਿ ਤੁਸੀਂ ਇੱਥੇ ਆਉਂਦੇ ਹੋ, ਤੁਸੀਂ ਕਿੱਤਾ ਚੂਜ਼ ਕਰਨਾ। ਮੈਂ ਵੇਖਿਆ ਕਿ ਕੰਮ ਕੋਈ ਵੀ ਮਾੜਾ ਨਹੀਂ ਹੈਗਾ ਵੈਸੇ, ਪਰ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਐਸੇ ਕੰਮ 'ਚ ਜਾਵਾਂ ਜਿੱਥੇ ਮੇਰੀ ਥੋੜ੍ਹੀ ਐਜੂਕੇਸ਼ਨ ਕੰਮ ਆ ਜਾਵੇ, ਮੇਰੀ ਪੜ੍ਹਾਈ ਕੰਮ ਆ ਜਾਵੇ। ਤਾਂ ਇਹ ਜਿਹੜਾ ਡੇ ਕੇਅਰ ਤੇ ਡੇ ਹੋਮਸ ਦੀ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਜਿਹਦੇ ਬਾਰੇ ਜਾਣਕਾਰੀ ਲੈ ਰਹੇ ਹਾਂ, ਮੈਨੂੰ ਲੱਗਦਾ ਕਿ ਵਰਦੀਪ ਦੇ ਕਹਿਣ ਮੁਤਾਬਕ ਇਹ ਇੱਕ ਵਧੀਆ ਸਤਿਕਾਰਯੋਗ ਕਿੱਤਾ ਹੈਗਾ ਜਿੱਥੇ ਤੁਸੀਂ ਛੋਟੇ ਬੱਚਿਆਂ ਦੇ ਨਾਲ ਡੀਲ ਕਰਦੇ ਹੋ ਤੇ ਨਾਲੇ ਆਪਣੇ ਬੱਚੇ ਵੀ ਪਾਲਣੇ ਆ ਜਾਂਦੇ। ਕੁਝ ਹੈ ਇਹਦੇ ਵਿੱਚ ਹਿਸਾਬ ਕਿਤਾਬ? ਬਿਲਕੁਲ, ਤੁਸੀਂ ਬਹੁਤ ਸਟ੍ਰੈਟਜੀਜ਼ ਜਿਹੜੀਆਂ ਅਸੀਂ ਐਜ਼ ਅ ਪੇਰੈਂਟ ਕਦੀ ਸੋਚੀਆਂ ਨਹੀਂ ਹੁੰਦੀਆਂ, ਅਸੀਂ ਉੱਥੋਂ ਵੀ ਸਿੱਖਦੇ ਹਾਂ। ਤੇ ਮੈਨੂੰ ਲੱਗਾ ਕਿ ਮੇਰਾ ਵੀ ਬਹੁਤ ਜ਼ਿਆਦਾ ਐਕਸਪੀਰੀਅੰਸ ਜਿਹੜਾ ਮੈਂ ਇੰਨੀ ਦੇਰ ਕੰਮ ਕੀਤਾ ਆ ਹੈ ਨਾ, ਮੈਨੂੰ ਬਹੁਤ ਕੰਮ ਆਇਆ ਆਪਣੇ ਬੇਟੇ ਨੂੰ ਸੰਭਾਲਣ ਵਿੱਚ। ਕਈ ਵਾਰ ਜਿਵੇਂ ਅਸੀਂ ਪਿੱਛੋਂ ਆਏ ਹਾਂ, ਬੱਚੇ ਨੇ ਕੁਛ ਕੀਤਾ ਆ, ਅਸੀਂ ਝਿੜਕ ਮਾਰ ਕੇ ਨਹੀਂ ਬਹਿ ਜਾ ਹੈ ਨਾ, ਬਟ ਇੱਥੇ ਕੰਮ ਕਰਦੇ ਹਾਂ ਕਿਉਂਕਿ ਇੱਥੇ ਤੁਸੀਂ ਉਹ ਝਿੜਕ ਤਾਂ ਮਾਰ ਨਹੀਂ ਸਕਦੇ ਬੱਚੇ ਨੂੰ ਹੈ ਨਾ, ਤੁਹਾਡੇ ਕੋਲ ਇੱਕ ਸਟ੍ਰੈਟਜੀ ਹੋਣੀ ਚਾਹੀਦੀ। ਇੱਥੇ ਸਾਡੇ ਬਹੁਤ ਵਧੀਆ ਟਰਮ ਇੱਕ ਯੂਜ਼ ਕਰਦੇ ਰੀਡਾਇਰੈਕਸ਼ਨ, ਵੀ ਬੱਚਾ ਜੇ ਇੱਕ ਚੀਜ਼ ਗਲਤ ਕਰ ਰਿਹਾ ਤਾਂ ਉਹਨੂੰ ਝਿੜਕ ਮਾਰ ਕੇ ਬਿਠਾਓ ਨਾ, ਉਹਨੂੰ ਕਿਸੇ ਹੋਰ ਐਕਟੀਵਿਟੀ ਵੱਲ ਰੀਡਾਇਰੈਕਟ ਕਰ ਦਿਓ। ਮੈਂ ਇਹੋ ਜਿਹੀ ਸਟ੍ਰੈਟਜੀਜ਼ ਬਹੁਤ ਆਪਦੇ ਬੇਟੇ ਨਾਲ ਯੂਜ਼ ਕੀਤੀਆਂ ਜਿਹੜੇ ਕਿ ਮੈਨੂੰ ਲੱਗਦਾ ਕਿ ਉਹਦੇ ਲਈ ਬਹੁਤ ਵਧੀਆ ਵਾ ਤੇ ਬਹੁਤ ਕੰਮ ਵੀ ਆਈਆਂ ਵਾ, ਤੇ ਉਹਦੇ ਵਿੱਚ ਆਈ ਮੀਨ ਹੀ ਇਜ਼ ਗਰੋਇੰਗ ਥਰੂ ਦੋਜ਼ ਸਟ੍ਰੈਟਜੀਜ਼। ਸੋ ਇਹ ਬਹੁਤ ਫਰਕ, ਬਿਲਕੁਲ ਬਹੁਤ। ਮੈਨੂੰ ਪਤਾ ਹੈ ਕਿ ਅਸੀਂ ਉੱਥੇ ਜਿਵੇਂ ਟੀਚਰ ਸੀਗੇ ਤੇ ਜੇ ਨਿਆਣੇ ਨੇ ਆਪਣਾ ਬੱਚਾ ਨਾ ਪੜ੍ਹਦਾ ਹੋਣਾ ਤੇ ਸਾਰਿਆਂ ਨੇ ਕਹਿਣਾ ਲੈ ਚੰਗੀ ਤੂੰ ਮਾਸਟਰਾਣੀ ਆ, ਤੇਰਾ ਆਪਣਾ ਜਵਾਕ ਨਹੀਂ ਪੜ੍ਹਦਾ। ਸੋ ਇਹ ਆਪਾਂ ਅਸਿਊਮ ਕਰ ਲੈਂਦੇ ਹਾਂ ਬਈ ਜੇ ਇੱਕ ਔਰਤ ਜਿਹੜੀ ਹੈ ਜੇ ਉਹ ਡੇ ਕੇਅਰ 'ਚ ਕੰਮ ਕਰ ਰਹੀ ਤੇ ਘੱਟੋ ਘੱਟ ਉਹਨੂੰ ਆਪਣੇ ਬੱਚੇ ਨੂੰ ਸੰਭਾਲਣਾ ਆਉਣਾ ਚਾਹੀਦਾ ਹੈ। ਸੋ ਸਹੀ ਗੱਲ ਹੈ ਵਾਕਿਆ ਕਿ ਜੇ ਤੁਸੀਂ ਜਿਹੜਾ ਤੁਹਾਡਾ ਕਿੱਤਾ ਉਹ ਕਿੱਤਾ ਤੁਹਾਡੇ ਕੰਮ ਦੇ ਵਿੱਚ, ਤੁਹਾਡੇ ਘਰ ਦੇ ਹਾਊਸ ਹੋਲਡ ਦੇ ਵਿੱਚ ਵੀ ਉਹ ਜ਼ਰੂਰ ਉਹਦੀ ਝਲਕ ਪੈਂਦੀ ਹੈ। ਤੁਸੀਂ ਆਪਣੇ ਬੱਚਿਆਂ ਨੂੰ ਵੀ ਉਹਨੇ ਵਧੀਆ ਢੰਗ ਦੇ ਨਾਲ ਪਾਲ ਸਕਦੇ ਹੋ। ਇਸ ਤੋਂ ਅੱਗੇ ਵਰਦੀਪ ਮੈਂ ਗੱਲ ਕਰਦੀ ਹਾਂ ਕਿ ਇਹ ਜਿਹੜਾ ਕਿੱਤਾ ਹੈ ਜਿਹਦੇ ਤੁਸੀਂ ਛੋਟੇ ਬੱਚਿਆਂ ਨਾਲ ਡੀਲ ਕਰਨਾ ਹੈ, ਤੇ ਕੈਨੇਡਾ ਦੇ ਵਿੱਚ ਬੱਚਿਆਂ ਦੇ ਜਿਹੜੇ ਰਾਈਟਸ ਨੇ
ਇਹ ਮੈਨੂੰ ਲੱਗਦਾ ਕਿ ਵੱਡਿਆਂ ਨਾਲੋਂ ਵੀ ਜ਼ਿਆਦਾ ਨੇ। ਜ਼ਿਆਦਾ ਨੇ ਬਿਲਕੁਲ। ਇਹ ਚੀਜ਼ੇ ਇੱਥੇ ਆ ਕੇ ਸਮਝ ਲੱਗੀ ਹੈ ਬੀਇੰਗ ਅ ਟੀਚਰ ਮੈਂ ਇੰਡੀਆ ਦੇ ਵਿੱਚ ਵੀ ਤੇ ਮੈਂ ਵੇਖਿਆ ਕਿ ਜਦੋਂ ਇੱਥੇ ਵਾਲੇ ਦੇ ਹਿਸਾਬ ਨਾਲ ਵੇਹਨੀ ਆ ਤੇ ਕਈ ਵਾਰ ਮੈਨੂੰ ਆਪਣੇ ਆਪ ਤੇ ਥੋੜੀ ਜਿਹੀ ਹੁੰਦਾ ਹੈ ਕਿ ਅਸੀਂ ਸ਼ਾਇਦ ਵਧੀਕੀਆਂ ਕਰਦੇ ਰਹੇ ਬੱਚਿਆਂ ਦੇ ਨਾਲ। ਸੋ ਇਹ ਇੱਕ ਚੈਲੰਜਿੰਗ ਜੌਬ ਹੈ। ਕੀ ਇਹਦੇ 'ਚ ਚੈਲੰਜ ਆਉਂਦੇ ਨੇ, ਚਾਹੇ ਉਹ ਬੱਚਿਆਂ ਨੂੰ ਸੰਭਾਲਣ ਦੇ ਪੱਖੋਂ ਆ, ਚਾਹੇ ਉੱਪਰਲੀ ਲਾਇਸੈਂਸਿੰਗ ਦੇ ਪੱਖੋਂ ਆ, ਕਿੱਥੇ ਥੋੜੇ ਚੁਣੌਤੀਆਂ ਜਿਹੜੀਆਂ ਨੇ ਇਸ ਕਿੱਤੇ 'ਚ ਹੈਗੀਆਂ ਨੇ? ਦੇਖੋ ਜੀ, ਚੁਣੌਤੀਆਂ ਤਾਂ ਸਾਰੇ ਪਾਸੇ। ਹੁਣ ਸਿਰਫ ਅਸੀਂ ਲਾਇਸੈਂਸਿੰਗ ਨਾਲ ਨਹੀਂ ਡੀਲ ਕਰਦੇ, ਅਸੀਂ ਹੈਲਥ ਨਾਲ ਵੀ ਡੀਲ ਕਰਦੇ ਹਾਂ, ਐਲਬਰਟਾ ਹੈਲਥ ਨਾਲ ਵੀ, ਹੈ ਨਾ ਜੀ। ਹੁਣ ਇੱਕ ਵਿਜ਼ਿਟ ਆ, ਇੱਕ ਛੋਟੀ ਜਿਹੀ ਗਲਤੀ ਆ ਤੇ ਇੱਕ ਨਾਨ ਕੰਪਲਾਇੰਸ ਤੁਹਾਨੂੰ ਦੇ ਜਾਂਦੇ ਆ, ਹੈ ਨਾ। ਨਾਨ ਕੰਪਲਾਇੰਸ ਤਾਂ ਬੇਸਿਕਲੀ ਤੁਹਾਡੀ ਫਾਈਲ ਤੇ ਆ ਗਿਆ ਜੀ, ਤੁਸੀਂ ਆਹ ਕੰਮ ਨਹੀਂ ਠੀਕ ਤਰ੍ਹਾਂ ਕਰਦੇ, ਹੈ ਨਾ। ਉਹ ਇੱਕ ਬਹੁਤ ਸਟ੍ਰੈਸਫੁਲ ਆ, ਕਿਉਂਕਿ ਉਹ ਆਉਣਾ ਮਤਲਬ ਕਿ ਤੁਹਾਡੀ, ਜਿਵੇਂ ਆਪਾਂ ਗੂਗਲ ਰਿਵਿਊ ਤੱਕ ਨਹੀਂ ਕਹਿ ਦਿੰਦੇ, ਗੂਗਲ ਰੇਟਿੰਗ ਥੱਲੇ ਚਲੇ ਜਾਂਦੀ, ਮਤਲਬ ਤੁਸੀਂ ਥੋੜ੍ਹਾ ਜਿਹਾ ਨੀਚੇ ਆ ਗਏ ਹੋ ਜਿੱਥੇ ਤੁਸੀਂ ਪਹਿਲਾਂ ਸੀ, ਤੁਹਾਡਾ ਸਟੈਂਡਰਡ ਥੋੜ੍ਹਾ ਜਿਹਾ ਥੱਲੇ ਹੋ ਗਿਆ। ਸੇਮ ਲਾਇਸੈਂਸਿੰਗ ਆ, ਉਹਨਾਂ ਦੀਆਂ ਵੀ ਜਿੰਨੀਆਂ ਡਿਮਾਂਡਸ ਆ ਤੁਹਾਨੂੰ ਸਾਰੀਆਂ ਪੂਰੀਆਂ ਕਰਨੀਆਂ ਪੈਂਦੀਆਂ। ਜੌਬ ਸਟ੍ਰੈਸਫੁਲ ਵੀ ਆ, ਕਿਉਂਕਿ ਤੁਸੀਂ ਬੱਚਿਆਂ ਨਾਲ ਤਾਂ ਡੀਲ ਕਰਦੇ ਹੀ ਕਰਦੇ ਹੋ, ਉੱਪਰੋਂ ਤੁਸੀਂ ਮਾਪਿਆਂ ਨਾਲ ਡੀਲ ਕਰਦੇ ਹੋ, ਹੈ ਨਾ ਜੀ। ਵੀ ਹੁਣ ਜਿਹੜੇ ਬਹੁਤੇ ਪੇਰੈਂਟਸ ਨੂੰ ਐਂ ਲੱਗਦਾ ਵੀ ਹੁਣ ਅਸੀਂ ਜੇ ਪੇ ਕਰਦੇ ਹਾਂ ਤਾਂ ਅਸੀਂ ਕੁਛ ਵੀ ਡਿਮਾਂਡ ਕਰ ਸਕਦੇ ਹਾਂ, ਪਰ ਉਹ ਇਹ ਨਹੀਂ ਵੇਖਦੇ ਕਿ ਉਹ ਜਿਹੜੀ ਉਹਨਾਂ ਦੀ ਡਿਮਾਂਡ ਆ ਉਹ ਕਿੰਨੀ ਕੁ ਜਾਇਜ਼ ਆ, ਹੈ ਨਾ ਜੀ। ਸੋ ਇਹੋ ਜਿਹੇ ਚੈਲੰਜਸ ਬਹੁਤ ਆ, ਅਸੀਂ ਡੇਲੀ ਲਾਈਫ 'ਚ ਦੇਖਦੇ ਹਾਂ। ਮੈਂ ਕਹੂੰਗੀ ਰੋਜ਼ਾਨਾ ਹੀ ਕੁਛ ਨਾ ਕੁਛ ਐਸਾ ਹੋਇਆ ਹੁੰਦਾ ਆ, ਹੈ ਨਾ ਜੀ। ਹੋਰ ਸਟ੍ਰੈਸ ਬਹੁਤ ਆ ਜੀ। ਆਈ ਮੀਨ ਜਿਵੇਂ ਲਾਇਸੈਂਸਿੰਗ ਦੀ ਮੈਂ ਗੱਲ ਕਰ ਰਹੀ ਸੀਗੀ, ਬੱਚੇ ਤੇ ਸੱਟ ਲੱਗ ਜੇ, ਕਿੱਥੋਂ ਤੱਕ ਤੁਸੀਂ ਰਿਪੋਰਟਿੰਗ ਕਰਨੀ ਆ ਉਹਦੀ, ਜਾਂ ਤੁਹਾਡੇ ਕੁਛ ਹੋ ਗਿਆ ਵਾ, ਕੋਈ ਛੋਟੀ ਬਹੁਤ ਗੱਲਬਾਤ ਹੋ ਗਈ, ਕਿੱਥੋਂ ਤੱਕ ਉਹਦੀ ਰਿਪੋਰਟਿੰਗ ਜਾਣੀ ਹੈ। ਸੋ ਇਹੋ ਜਿਹੇ ਬਹੁਤ ਨਿੱਕੇ ਚੈਲੰਜਸ ਆ ਜਿਹੜੇ ਅਸੀਂ ਡੇਲੀ ਫੇਸ ਕਰਦੇ ਹਾਂ। ਬਿਲਕੁਲ, ਮੈਂ ਵੇਖਿਆ ਕਿ ਨੌਕਰੀਆਂ ਸਾਰੀਆਂ ਦੇ ਵਿੱਚ ਹੀ ਹੁੰਦੇ ਨੇ, ਚਾਹੇ ਤੁਸੀਂ ਕਿਤੇ ਮਾਡਰਨ ਕੰਮ ਕਰ ਰਹੇ ਹੋ, ਚਾਹੇ ਤੁਸੀਂ ਵਾਲਮਾਰਟ 'ਚ ਕਰ ਰਹੇ ਹੋ, ਛੋਟੇ ਚੈਲੰਜ ਹੈਗੇ ਨੇ। ਬਟ ਇੱਥੇ ਕਿਉਂਕਿ ਤੁਸੀਂ ਜਿਉਂਦੀਆਂ ਜਾਗਦੀਆਂ ਚੀਜ਼ਾਂ ਦੇ ਨਾਲ ਡੀਲ ਕਰਨਾ, ਚੀਜ਼ਾਂ ਨਹੀਂ ਬਲਕਿ ਜਿਉਂਦੇ ਜਾਗਦੇ ਬੱਚਿਆਂ ਦੇ ਨਾਲ ਡੀਲ ਕਰਨਾ, ਤੁਹਾਡੇ ਭਰੋਸੇ ਦੇ ਉੱਤੇ ਬੱਚਿਆਂ ਨੂੰ ਉਹ ਛੱਡ ਕੇ ਜਾਂਦੇ ਨੇ। ਇਹ ਵੀ ਕਦੀ ਇੰਜ ਹੋਇਆ ਕਿ ਬੱਚੇ ਜਿਹੜੇ ਨੇ ਕਲਾਸ ਤੇ ਨਹੀਂ ਕਵਾਂਗੇ, ਉਹ ਜਿਹੜਾ ਏਜ ਗਰੁੱਪ ਤੁਸੀਂ ਇੱਕ ਕਮਰੇ 'ਚ ਰੱਖਦੇ ਹੋ ਤੇ ਉਹ ਬੜਾ ਤੰਗ ਵੀ ਕਰਦੇ ਹੋਣ, ਕਦੀ ਤਾਂ ਅੱਕ ਜਾਂਦਾ ਹੋਵੇ ਬੰਦਾ? ਹਾਂਜੀ, ਬਹੁਤ ਹੁੰਦਾ, ਇਹ ਤਾਂ ਬਹੁਤ ਆ। ਖੈਰ, ਅੱਕਣ ਦੀ ਹੁਣ ਹਰ ਇੱਕ ਦਾ ਆਪਦਾ ਸਿਸਟਮ ਕਹਿ ਲਓ ਹੁੰਦਾ ਆ ਜਾਂ ਕਿਵੇਂ ਆ। ਮੈਨੂੰ ਬਹੁਤਾ ਇਹ ਹੁੰਦਾ ਕਿ ਮੈਂ ਜਿਹੜਾ ਮੇਰਾ ਸਟਾਫ ਨੂੰ ਮੈਨੂੰ ਨਜ਼ਦੀਕ ਰੱਖਦੀ ਹਾਂ ਆਪਣੇ। ਸੋ ਜੇ ਮੈਨੂੰ ਲੱਗਦਾ ਹੈ ਕਿ ਇਸ ਟਾਈਮ ਮੈਨੂੰ ਲੱਗਦਾ ਕਿ ਮੇਰਾ ਸਟਾਫ, ਹੁਣ ਜਿਵੇਂ ਤੁਸੀਂ ਇੱਕ ਬਿਹੇਵੀਅਰ ਨਾਲ ਡੀਲ ਕਰਦੇ ਰਹੋ, ਇੱਕ ਪੁਆਇੰਟ ਤੱਕ ਆਪਾਂ ਸਾਰੇ ਫਰਸਟ੍ਰੇਟ ਹੋ ਜਾਂਦੇ ਹਾਂ, ਆਪਣੇ ਘਰਾਂ 'ਚ ਵੀ ਆਪਾਂ ਆਪਣੇ ਬੱਚੇ ਨਾਲ ਵੀ ਹੋ ਜਾਂਦੇ ਹਾਂ। ਬਟ ਫਿਰ ਹੁੰਦਾ ਟੇਕ ਅ ਬ੍ਰੇਕ 'ਚ ਕੀ ਆ ਵੀ ਤੂੰ 5 ਮਿੰਟ ਸਾਹ ਲੈ, ਮੈਂ ਡੀਲ ਕਰ ਲੂੰ, ਜਾਂ ਦੂਜਾ ਸਟਾਫ ਸਟੈਪ ਇਨ ਕਰ ਲੈਂਦਾ, 5 ਮਿੰਟ ਤੂੰ ਬ੍ਰੇਕ ਲੈ, ਮੈਂ ਡੀਲ ਕਰ ਲੂੰ। ਸੋ ਅਸੀਂ ਐਵੇਂ ਦਾ ਆਪਦੇ ਉੱਥੇ ਪੂਰਾ ਰੱਖਿਆ ਹੋਇਆ ਵਾ। ਸੋ ਸਟਾਫ ਨੂੰ ਪੂਰੀ ਖੁੱਲ੍ਹ ਆ, ਸਾਨੂੰ ਜਦੋਂ ਮਰਜ਼ੀ ਆਵਾਜ਼ ਮਾਰ ਸਕਦਾ ਆ, ਅਸੀਂ ਉੱਥੇ ਉਹਨਾਂ ਲਈ ਹਾਜ਼ਰ ਆ। ਜਸਟ ਕਹਿ ਲਓ ਕਿ ਇੱਕ ਫੈਮਿਲੀ ਵਾਂਗੂ ਡੀਲ ਕਰਦੇ ਹੋ, ਕਿ ਇਹ ਨਹੀਂ ਹੈ ਬਈ ਤੇਰੀ ਡਿਊਟੀ ਹੈ ਤੇ ਨਿੱਕਾ ਬੱਚਾ ਰੋਈ ਜਾ ਰਿਹਾ। ਜਿਵੇਂ ਹੁਣ ਜਿਹੜੇ ਛੋਟੇ ਬੱਚੇ ਹੁੰਦੇ ਨੇ, ਟੌਡਲਰ ਜਾਂ ਦੂਜੇ, ਉਹ ਤੁਹਾਨੂੰ ਪਤਾ ਆਪਣੀ ਮਰਜ਼ੀ ਦੇ ਮਾਲਕ ਹੈ, ਇੱਧਰ ਗਏ ਮੂੰਹ ਚੱਕਿਆ ਉੱਧਰ, ਤੇ ਉਹਨਾਂ ਨੂੰ ਥੋੜਾ ਫੈਮਿਲੀ ਵਾਂਗੂ ਵੀ ਚੱਲ ਤੂੰ ਬੈਠ ਜਾ, ਮੈਂ ਕਰ ਲੈਂਦੀ। ਹਾਂਜੀ। ਸੋ ਇਹ ਮਤਲਬ ਕਿ ਕਹਿ ਲਓ ਕਿ ਕੋਆਪਰੇਟਿਵ ਰਲ ਮਿਲ ਕੇ ਮਿਲ ਵਰਤਣ ਦੇ ਨਾਲ ਕੰਮ ਹੁੰਦਾ। ਸੋ ਵਾਕਈ ਬੜੀ ਖੂਬਸੂਰਤ ਗੱਲ ਹੈ ਕਿ ਬੱਚੇ ਨੂੰ ਇੱਕ ਕਿਸਮ ਦਾ ਘਰੇਲੂ ਮਾਹੌਲ ਮਿਲ ਜਾਂਦਾ। ਹਾਂਜੀ, ਪੂਰਾ ਘਰੇਲੂ ਮਾਹੌਲ ਮਿਲ ਜਾਂਦਾ। ਅੱਛਾ ਵਰਦੀਪ, ਇਸ ਤੋਂ ਇਲਾਵਾ ਤੁਸੀਂ ਬੱਚਿਆਂ ਨੂੰ ਉੱਥੇ ਫੂਡ ਵਗੈਰਾ ਵੀ ਦਿੰਦੇ ਹੋ? ਹਾਂਜੀ, ਅਸੀਂ ਬੱਚਿਆਂ ਨੂੰ ਫੂਡ ਦਿੰਦੇ ਹਾਂ ਜੀ। ਅਸੀਂ 3 ਮੀਲਸ ਪ੍ਰੋਵਾਈਡ ਕਰਦੇ ਹਾਂ। ਅੱਛਾ, ਪੇਰੈਂਟਸ ਨਹੀਂ ਦੇ ਕੇ ਜਾਂਦੇ, ਤੁਸੀਂ ਖੁਦ ਉਹਨੂੰ ਤਿਆਰ ਕਰਦੇ ਹੋ? ਨਹੀਂ ਜੀ। ਓਕੇ। ਸਾਡੇ ਕੋਲ ਕਿਚਨ ਆ, ਸਾਡੇ ਕੋਲ ਫੁੱਲ ਟਾਈਮ ਸ਼ੈਫ ਹੈਗਾ ਜੀ, ਤੇ ਅਸੀਂ 3 ਟਾਈਮਸ ਉਹਨਾਂ ਨੂੰ ਮੀਲ ਪ੍ਰੋਵਾਈਡ ਕਰਦੇ ਹਾਂ। ਇੱਕ ਮਾਰਨਿੰਗ ਟਾਈਮ ਸਨੈਕ, ਜਿਹੜਾ ਮਾਰਨਿੰਗ ਸਨੈਕ ਹੁੰਦਾ 8:30 ਪੌਣੇ 9 ਦੇ ਵਿੱਚ, ਫਿਰ ਅਸੀਂ ਉਹਨਾਂ ਨੂੰ ਲੰਚ ਦਿੰਦੇ ਹਾਂ ਜੀ, ਤੇ ਲੰਚ ਤੋਂ ਬਾਅਦ ਸਾਡੇ ਛੋਟੇ ਨੰਨੇ ਬੱਚੇ ਸਾਰੇ ਸੌਂਦੇ ਆ ਜੀ। ਅੱਛਾ। ਹਾਂਜੀ, ਤੇ ਫਿਰ ਉਸ ਤੋਂ ਬਾਅਦ ਅਸੀਂ ਜਦੋਂ ਉੱਠਦੇ ਆ ਉਹਨਾਂ ਲਈ ਆਫਟਰਨੂਨ ਸਨੈਕ ਤਿਆਰ ਹੁੰਦਾ। ਆਫਟਰਨੂਨ ਸਨੈਕ। ਹਾਂਜੀ। ਕਿੰਨੀ ਕੁ ਏਜ ਗਰੁੱਪ ਦੇ ਬੱਚੇ ਜਿਹੜੇ ਸੌਂਦੇ ਨੇ ਉੱਥੇ? ਹਾਂਜੀ, ਏਜ ਗਰੁੱਪ ਜਿਹੜੇ ਆਪਣੇ ਇਨਫੈਂਟ ਹੁੰਦੇ ਆ ਜੀ, 12 ਮਹੀਨਿਆਂ ਤੋਂ ਸ਼ੁਰੂ ਕਰ ਲਓ ਜਾਂ 12 ਤੋਂ ਥੱਲੇ ਵੀ, ਉੱਥੋਂ ਲੈ ਕੇ ਤੇ ਇਹ ਸਾਡੇ ਜਾਂਦੇ ਆ ਜੀ 4 4:30 ਤੱਕ। ਅੱਛਾ, ਉਹ ਬੱਚੇ ਸੌਂਦੇ ਨੇ? ਹਾਂਜੀ। ਉਸ ਤੋਂ ਉੱਪਰਲਾ ਜਿਹੜਾ ਏਜ ਗਰੁੱਪ ਹੈ, ਜਿਹੜਾ ਸਕੂਲ ਗੋਇੰਗ ਆ, ਉਹਦੇ ਬਾਰੇ ਕਿਵੇਂ? ਉਹ ਕਿਸ ਢੰਗ ਦੇ ਨਾਲ ਬੱਚੇ ਆਉਂਦੇ ਨੇ? ਹੁਣ ਜਿਵੇਂ ਤੁਸੀਂ ਸਕੂਲ ਗੋਇੰਗ ਬੱਚੇ ਵੀ ਜ਼ਰੂਰ ਤੁਹਾਡੇ ਕੋਲ ਆਉਂਦੇ, ਤੁਸੀਂ ਹੁਣੇ ਕਿਹਾ ਸੀਗਾ ਕਿ ਉਹ ਬੱਚੇ, ਉਹਨਾਂ ਲਈ ਕੋਈ ਫਿਕਸ ਟਾਈਮ ਹੈ ਉਹਨਾਂ ਦੇ ਆਉਣ ਦਾ ਤੇ ਜਾਣ ਦਾ, ਕਿ ਕਿਵੇਂ ਹੈਗਾ ਸਿਸਟਮ? ਖੈਰ, ਫਿਕਸ ਟਾਈਮ ਆਉਣ ਤੇ ਜਾਣ ਦਾ ਤਾਂ ਨਹੀਂ ਹੁੰਦਾ, ਸਾਡੇ ਕੋਲ ਆਉਣ ਜਾਣ ਦਾ ਨਹੀਂ ਹੁੰਦਾ। ਬਟ ਇਹ ਹੁੰਦਾ ਕਿ ਜਿਵੇਂ ਹੁਣ ਪੇਰੈਂਟਸ ਸਾਡੇ ਕੋਲ ਸਵੇਰੇ ਛੱਡ ਗਏ ਆ, ਤੇ ਜਿਸ ਟਾਈਮ ਬੱਚੇ ਦਾ ਸਕੂਲ ਆ, ਅਸੀਂ ਉਸ ਤੋਂ ਪਹਿਲਾਂ ਬੱਚੇ ਨੂੰ ਸਕੂਲ ਛੱਡ ਕੇ ਆਉਣਾ ਜੀ। ਠੀਕ ਹੈ, ਫਿਰ ਜਦੋਂ ਉਹਦਾ ਸਕੂਲ ਖਤਮ ਹੋ ਗਿਆ, ਉਹਨੂੰ ਸਕੂਲੋਂ ਲੈ ਕੇ ਆਉਣਾ, ਉਹ ਕੰਮ ਸਾਡਾ ਹੈ। ਸੋ ਜਿਹੜਾ ਕੰਮ ਇੱਕ ਪੇਰੈਂਟ ਕਰਦਾ ਵਾ ਕਈ ਥਾਵਾਂ ਤੇ, ਵੀ ਬੱਚੇ ਨੂੰ ਛੱਡਣਾ, ਸਕੂਲੋਂ ਲੈ ਕੇ ਆਉਣਾ, ਉਹ ਅਸੀਂ ਕਰਦੇ ਹਾਂ ਪੇਰੈਂਟਸ ਲਈ। ਉਹ ਬੱਚਾ ਫਿਰ ਕਿੰਨੀ ਕੁ ਦੂਰ ਤੱਕ ਤੁਹਾਨੂੰ ਛੱਡਣਾ ਪੈਂਦਾ?
ਇਹ ਡਿਪੈਂਡ ਕਰਦਾ ਕਿ ਸਕੂਲ ਕਿੰਨੇ ਕੁ ਦੂਰ ਆ। ਹੁਣ ਬਹੁਤੇ ਸਾਡੇ ਸੈਂਟਰਸ ਆ ਜਿਨ੍ਹਾਂ ਕੋਲ ਬੱਸਾਂ ਵੀ ਆ, ਜੇ ਥੋੜੇ ਜਿਹੇ ਸਕੂਲ ਦੂਰ ਵੀ ਆ ਤਾਂ ਬੱਸਾਂ ਵਿੱਚ ਬੱਚਿਆਂ ਨੂੰ ਲੈ ਜਾਂਦੇ ਆ। ਤੇ ਜੇ ਸਕੂਲ ਕੋਲ ਆ, ਹੁਣ ਜਿਵੇਂ ਮੈਂ 2 ਸਕੂਲਸ ਨੂੰ ਸਰਵ ਕਰਦੀ ਆ, ਤੇ ਮੇਰੇ ਜਿਹੜੇ ਦੋਵੇਂ ਸਕੂਲ ਆ ਕੋਈ ਬਹੁਤੀ ਦੂਰ ਨਹੀਂ, ਇੱਕ 5 ਕੁ ਮਿੰਟ ਆ, ਇੱਕ ਤਾਂ ਜਮਾਂ ਹੀ ਸੜਕ ਕ੍ਰਾਸ ਕਰਕੇ ਆ। ਸੋ ਅਸੀਂ ਤਾਂ ਫਿਰ ਤੁਰ ਕੇ ਚਲੇ ਜਾਈਦਾ। ਹਾਂ, ਜਾਣੀ ਤੁਸੀਂ ਉਹਨਾਂ ਨੂੰ ਸਕੂਲ ਛੱਡ ਕੇ ਆਉਂਦੇ ਹੋ, ਹਾਂਜੀ। ਤੇ ਜੇ ਲਿਆਉਣਾ ਪਵੇ ਤਾਂ ਫਿਰ ਲੈ ਵੀ ਆਉਂਦੇ ਹੋ। ਹਾਂਜੀ ਇੰਜ ਦਾ ਵੀ ਹੁੰਦਾ। ਹਾਂਜੀ। ਸੋ ਰੀਅਲੀ ਵਾਕਈ ਇਹ ਤਾਂ ਫਿਰ ਕਹਿ ਲਓ ਕਿ ਤੁਸੀਂ ਮਾਵਾਂ ਵਾਂਗੂ ਤੇ ਘਰ ਦੀਆਂ ਦਾਦੀਆਂ ਨਾਨੀਆਂ ਵਾਂਗੂ ਜਿਹੜਾ ਹੈ ਉਹ ਬੱਚਿਆਂ ਨੂੰ ਤੁਸੀਂ ਉੱਥੇ ਰੱਖਦੇ ਹੋ। ਹਾਂਜੀ। ਵਰਦੀਪ, ਬੜਾ ਖੂਬਸੂਰਤ ਕੰਮ ਹੈ ਜਿਹੜਾ ਤੁਸੀਂ ਕਰ ਰਹੇ ਹੋ, ਇੰਨੀ ਵੱਡੀ ਸੇਵਾ ਜਿਹੜੀ ਹੈ। ਜਦੋਂ ਹੁਣ ਕੋਵਿਡ ਆਇਆ ਸੀਗਾ, ਹਾਂਜੀ। ਉਸ ਵੇਲੇ ਫਿਰ ਕਾਫੀ ਸਾਰੇ ਬਿਜ਼ਨਸ ਜਿਹੜੇ ਉਹ ਬੰਦ ਹੋਏ ਆ। ਤੁਹਾਡੇ ਸੈਂਟਰ ਜਿਹੜੇ ਆ, ਜਿਹੜੇ ਡੇ ਸੈਂਟਰ ਸੀਗੇ, ਡੇ ਕੇਅਰ ਜਿਹੜੇ ਸੀਗੇ, ਉਹ ਵੀ ਬੰਦ ਹੋ ਗਏ ਸੀ? ਖੈਰ ਸਾਡੀ ਕੰਪਨੀ ਦੇ ਬਹੁਤੇ ਲੋਕੇਸ਼ਨਸ ਬੰਦ ਹੋਈਆਂ ਸੀ, ਪਰ ਕੁਝ ਲੋਕੇਸ਼ਨਸ ਖੁੱਲੀਆਂ ਸੀਗੀਆਂ ਜਿਹੜੇ ਕਿ ਫਰੰਟ ਲਾਈਨ ਵਰਕਰਸ ਲਈ ਖੁੱਲੀਆਂ ਸੀ, ਜਿਹਦੇ ਵਿੱਚ ਨਰਸਿਸ ਆ ਗਈਆਂ ਸੀ ਸ਼ੁਰੂ 'ਚ, ਨਰਸਿਸ ਤੇ ਡਾਕਟਰਸ, ਤੇ ਮੈਂ ਉਹਨਾਂ ਵਿੱਚੋਂ ਸੀ। ਮੇਰਾ ਸੈਂਟਰ ਸਾਰਾ ਟਾਈਮ ਖੁੱਲ੍ਹਾ ਰਿਹਾ ਸੀ। ਹਾਂਜੀ। ਸੋ ਅਸੀਂ ਇੱਕ ਬੱਚੇ ਨੂੰ ਵੀ ਸਰਵ ਕੀਤਾ ਆ ਜੀ। ਸਾਡੇ ਕੋਲ ਸਿਰਫ ਪਹਿਲਾਂ ਸ਼ੁਰੂ ਵਿੱਚ ਜਦੋਂ ਅਸੀਂ ਖੁੱਲ੍ਹੇ ਆ, ਉਦੋਂ ਕੋਵਿਡ ਦੇ ਟਾਈਮ 'ਚ, ਖੈਰ ਕਦੀ ਬੰਦ ਹੀ ਨਹੀਂ ਹੋਏ, ਸੋ ਖੁੱਲ੍ਹੇ ਤੱਕ ਆਦਾ। ਤੇ ਸਾਡੇ ਕੋਲ ਪਹਿਲਾਂ 1 ਹੀ ਜਾਣਾ ਆਇਆ, ਫਿਰ ਹੌਲੀ ਹੌਲੀ ਹੋਰ ਡਾਕਟਰਸ ਦੇ ਬੱਚੇ ਆ ਗਏ, ਫਿਰ ਜਿਵੇਂ ਜਿਵੇਂ ਫਰੰਟ ਲਾਈਨਰਸ ਲਈ ਖੁੱਲ੍ਹਦਾ ਰਿਹਾ, ਉਵੇਂ ਸਾਡੇ ਕੋਲ ਬੱਚੇ ਆਉਂਦੇ ਰਹੇ। ਹਾਂਜੀ। ਤੇ ਤੁਹਾਨੂੰ ਇਹ ਨਹੀਂ ਸੀ ਲੱਗਦਾ ਹੁੰਦਾ ਵੀ ਮੈਨੂੰ ਕੋਵਿਡ ਹੋ ਗਿਆ ਤੇ ਫਿਰ? ਮੈਨੂੰ ਲੱਗਦਾ ਸੀ ਕਿ ਮੇਰੇ ਤੋਂ ਵੱਡਾ ਕੰਮ ਉਹ ਡਾਕਟਰਸ ਤੇ ਨਰਸਿਸ ਹਸਪੀਟਲਸ 'ਚ ਕਰ ਰਹੇ ਆ, ਹੈ ਨਾ ਜੀ, ਤੇ ਮੈਂ ਇੰਨਾ ਕੁ ਵੀ ਨਹੀਂ ਕਰ ਸਕਦੀ ਕਿ ਮੈਂ ਉਹਨਾਂ ਦੇ ਬੱਚੇ ਸੰਭਾਲ ਲਵਾਂ। ਸੋ ਬਹੁਤ ਹੀ ਡੈਡੀਕੇਸ਼ਨ ਵਾਲਾ ਕੰਮ ਆ ਕਿ ਤੁਸੀਂ ਆਪਣੇ ਘਰ ਦੇ ਬੱਚੇ ਨੂੰ ਘਰ ਛੱਡ ਕੇ ਤੇ ਆਪ ਦੂਸਰਿਆਂ ਦੇ ਬੱਚੇ, ਇੱਕ ਜਿਹੜੀ ਤੁਹਾਡਾ ਜੌਬ ਹੈ, ਚਾਹੇ ਉਹਦੇ ਤੁਹਾਨੂੰ ਪੈਸੇ ਮਿਲਦੇ ਨੇ, ਪਰ ਅੰਦਰ ਇੱਕ ਡੈਡੀਕੇਸ਼ਨ ਜਿਹੜੀ ਇਸ ਕਿੱਤੇ ਦੇ ਨਾਲ ਜੁੜੀ ਹੋਈ ਹੈ। ਪੈਸੇ ਤਾਂ ਵੇਖੋ ਹਰ ਇੱਕ ਕਿੱਤੇ ਦੇ ਵਿੱਚੋਂ ਮਿਲਦੇ ਨੇ, ਪਰ ਇਹਦੇ ਨਾਲ ਇੱਕ ਡੈਡੀਕੇਸ਼ਨ ਜੁੜੀ ਹੋਈ ਹੈ। ਸੋ ਵਰਦੀਪ, ਬੜੀਆਂ ਹੀ ਵਧੀਆ ਗੱਲਾਂ। ਤੇ ਇੱਕ ਗੱਲ ਨਿੱਕੀ ਜਿਹੀ ਹੋਰ ਰਹਿ ਗਈ ਆ ਕਿ ਜਿਹੜੇ ਤੁਹਾਡੀ ਲਾਇਸੈਂਸਿੰਗ ਆ, ਤੁਸੀਂ ਕਹਿਣਾ ਵੀ ਲਾਇਸੈਂਸਿੰਗ ਦੇ ਮੁਤਾਬਕ ਸਾਨੂੰ ਕਰਨਾ ਪੈਂਦਾ ਵਾ, ਉਹ ਛਾਪਾ ਵੀ ਮਾਰਦੇ ਕਦੀ ਆ ਕੇ? ਉਹ ਹਾਂਜੀ, ਬਹੁਤ ਵਾਰ। ਹਾਂਜੀ, ਜਦੋਂ ਉਹਨਾਂ ਦਾ ਦਿਲ ਕਰਦਾ ਕਿ ਛਾਪਾ ਮਾਰ ਜਾਂਦੇ ਆ ਜੀ। ਅੱਛਾ। ਬਹੁਤ, ਜਦੋਂ ਮੈਂ ਸ਼ੁਰੂ 'ਚ ਕੰਮ ਸ਼ੁਰੂ ਕੀਤਾ, ਉਦੋਂ ਤਾਂ ਚਲੋ ਲਾਇਸੈਂਸਿੰਗ ਦੱਸ ਕੇ ਆਉਂਦੇ ਹੁੰਦੇ ਸੀਗੇ ਜੀ, ਉਹਨਾਂ ਨੇ ਫੋਨ ਕਰ ਦੇਣਾ ਜੀ, ਅਸੀਂ ਇਸ ਦਿਨ ਇਸ ਟਾਈਮ ਤੇ ਤੁਹਾਡੇ ਕੋਲ ਆਵਾਂਗੇ। ਪਰ ਹੁਣ ਤਾਂ ਜਦੋਂ ਜੀ ਕਰਦਾ ਜੀ ਆ ਜਾਂਦੇ ਆ। ਜਦੋਂ ਜੀ ਕਰਦਾ? ਹਾਂਜੀ। ਆ ਕੇ ਫਿਰ ਕੀ ਕੁਝ ਚੈੱਕ ਕਰਦੇ ਨੇ? ਲਾਇਸੈਂਸਿੰਗ ਸਾਰਾ ਜੀ, ਹੁਣ ਜਿਵੇਂ ਹਰ ਏਜ ਗਰੁੱਪ ਦਾ ਇੱਕ ਰੇਸ਼ੀਓ ਹੁੰਦੀ ਹੈ, ਤੇ ਅਸੀਂ ਉਸ ਰੇਸ਼ੀਓ ਨੂੰ ਮੇਨਟੇਨ ਕਰਨਾ ਹੁੰਦਾ ਆ, ਹੈ ਨਾ ਜੀ। ਫਿਰ ਉਹ ਹਰ ਕਲਾਸਰੂਮ 'ਚ ਟਾਈਮ ਸਪੈਂਡ ਕਰਦੇ ਆ, ਉਹ ਦੇਖਦੇ ਆ ਜੀ ਵੀ ਅਸੀਂ ਬੱਚੇ ਨੂੰ ਕਿਸ ਤਰ੍ਹਾਂ ਬੱਚੇ ਨਾਲ ਡੀਲ ਕਰ ਰਹੇ ਹਾਂ। ਠੀਕ ਹੈ। ਸਾਡੇ ਬਾਈਂਡਰਸ ਹੁੰਦੇ ਆ ਕਲਾਸਰੂਮ ਵਿੱਚ, ਜਿਹਨੂੰ ਅਸੀਂ ਸਾਈਨ ਇਨ ਐਂਡ ਸਾਈਨ ਆਊਟ ਸ਼ੀਟ ਕਹਿੰਦੇ ਆ। ਸੋ ਉਹਦੇ ਵਿੱਚ ਕੀ ਹੁੰਦਾ ਕਿ ਜਦੋਂ ਬੱਚੇ ਨੇ ਉੱਥੇ ਆਉਣਾ ਆ, ਅਸੀਂ ਉਹਨੂੰ ਸਾਈਨ ਇਨ ਕਰਨਾ ਆ, ਜਦੋਂ ਬੱਚੇ ਨੇ ਉੱਥੋਂ ਛੱਡਣਾ ਆ, ਚਲੇ ਜਾਣਾ, ਘਰ ਜਾਣਾ, ਅਸੀਂ ਉਹਨੂੰ ਸਾਈਨ ਆਊਟ ਕਰਨਾ। ਉਹਨਾਂ ਨੇ ਉਹ ਦੇਖਣਾ ਹੁੰਦਾ ਕਿ ਬੱਚਾ ਸਾਈਨ ਇਨ ਸਾਈਨ ਆਊਟ ਹੈਗਾ ਕਿ ਨਹੀਂ, ਹੈ ਨਾ ਜੀ। ਉਹ ਪਲੇਗਰਾਊਂਡਸ ਵਿੱਚ ਟਾਈਮ ਸਪੈਂਡ ਕਰਦੇ ਆ, ਦੇਖਦੇ ਆ ਕਿ ਟੀਚਰਸ ਕਿੰਨੀ ਕੁ ਇੰਟਰੈਕਸ਼ਨ ਕਰਦੇ ਆ। ਇੰਟਰੈਕਸ਼ਨ ਬਹੁਤ ਇੰਪੋਰਟੈਂਟ ਪਾਰਟ ਆ, ਤੇ ਲਾਇਸੈਂਸਿੰਗ ਇੱਥੇ ਬਹੁਤ ਜ਼ਿਆਦਾ ਫੋਕਸ ਕਰਦੇ ਆ। ਤੇ ਜੇ ਕਿਸੇ ਬੱਚੇ ਦਾ ਮੈਲਟ ਡਾਊਨ ਹੋ ਗਿਆ, ਤੇ ਉਹਨੂੰ ਟੀਚਰ ਨੇ ਕਿਵੇਂ ਡੀਲ ਕੀਤਾ ਆ, ਫਿਰ ਉਹ ਵੀ ਦੇਖਦੇ ਆ। ਸੋ ਨਿੱਕੀਆਂ ਹਰ ਚੀਜ਼ ਮੈਂ ਕਹੂੰਗੀ ਜੀ, ਜਿਹੜੇ ਅਸੀਂ ਕਰਦੇ ਆ ਡੇਲੀ ਉਹ ਦੇਖਦੇ ਆ। ਬਿਲਕੁਲ, ਬਹੁਤ ਮਤਲਬ ਕਿ ਧਿਆਨ ਰੱਖਣ ਵਾਲਾ ਕੰਮ ਆ। ਹਾਂਜੀ। ਵਰਦੀਪ, ਇੱਕ ਹੋਰ ਨਿੱਕਾ ਜਿਹਾ ਮੇਰੇ ਮਨ ਦੇ ਵਿੱਚ ਸਵਾਲ ਆ ਰਿਹਾ ਕਿ ਇੱਕ ਤਾਂ ਤੁਸੀਂ ਦੱਸਿਆ ਡੇ ਹੋਮਸ ਵੀ ਕੋਈ ਘਰ 'ਚ ਆਪਣਾ ਖੋਲ੍ਹ ਲਿਆ, ਕਲਾਸ ਲੈਵਲ 1 ਵਾਲੇ ਨੇ ਵੀ, ਤੇ ਦੂਸਰੇ ਡੇ ਕੇਅਰ ਹੋ ਗਏ, ਤੇ ਜਿਹੜੀਆਂ ਦਾਦੀਆਂ ਨਾਨੀਆਂ ਮੇਰੇ ਵਰਗੀਆਂ ਨਿਆਣੇ ਸੰਭਾਲਦੀਆਂ, ਉਹਨੂੰ ਕਿਹੜੀ ਕੇਅਰ ਕਹਿੰਦੇ ਆ? ਉਹ ਦਾਦੀ ਨਾਨੀ ਕੇਅਰ ਹੀ ਹੈ ਜੀ। ਪਰ ਉਹਦੇ ਨਾਲ ਚਲੋ ਬਹੁਤ ਵਧੀਆ ਗੱਲ ਆਈ ਹੈ ਜੀ, ਮੈਂ ਇਹਦੇ ਵਿੱਚ ਇੱਕ ਹੋਰ ਐਡ ਕਰੂੰਗੀ। ਇੱਕ ਹੁੰਦੀਆਂ ਜੀ ਨੈਨੀਜ਼, ਹੈ ਨਾ ਜੀ। ਨੈਨੀਜ਼ ਕੀ ਹੁੰਦੀਆਂ ਕਿ ਕਿਸੇ ਨੇ ਆਪਦੀ ਪ੍ਰਾਈਵੇਟ ਹਾਇਰ ਕਰ ਲੈਣੀ, ਠੀਕ ਹੈ ਜੀ, ਉਹ ਬੱਚੇ ਨੂੰ ਉਹਨਾਂ ਦੇ ਘਰ 'ਚ ਹੀ ਆ ਕੇ ਦੇਖਦੇ ਆ, ਠੀਕ ਹੈ ਨਾ ਜੀ। ਤੇ ਇੱਕ ਉਹ ਕਿਸਮ ਦੀ ਉਹ ਨੈਨੀਜ਼ ਹੈਗੀਆਂ ਨੇ। ਸੋ ਅਸੀਂ ਨਾਨੀ ਤੇ ਦਾਦੀ ਬਣ ਕੇ ਬੱਚਿਆਂ ਨੂੰ ਸੰਭਾਲਿਆ ਵੀ ਹੈ ਤੇ ਸੰਭਾਲ ਵੀ ਰਹੇ ਹਾਂ। ਤੇ ਵਰਦੀਪ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ, ਤੂੰ ਬੜੀ ਖੂਬਸੂਰਤ ਜਾਣਕਾਰੀ ਦਿੱਤੀ ਹੈ। ਤੇ ਜੇ ਸਾਡੇ ਦਰਸ਼ਕ ਜਿਹੜੇ ਸੁਣ ਰਹੇ ਨੇ, ਇਸ ਕਿੱਤੇ ਨੂੰ ਅਪਣਾਉਣਾ ਚਾਹੁੰਦੇ ਨੇ, ਤਾਂ ਉਹ ਇਹਦੇ ਵਿੱਚ ਕਦਮ ਰੱਖ ਸਕਦੇ ਨੇ। ਸੋ ਥੈਂਕ ਯੂ ਵਰਦੀਪ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਲਈ। ਹਾਂਜੀ, ਥੈਂਕ ਯੂ ਜੀ, ਥੈਂਕ ਯੂ। ਸੋ ਇਹ ਸੀ ਸਾਡੇ ਨਾਲ ਵਰਦੀਪ ਥਿੰਦ, ਜਿਹੜੇ ਕਿ ਡੇ ਸੈਂਟਰ ਦੇ ਵਿੱਚ ਡਾਇਰੈਕਟਰ ਦੇ ਵਜੋਂ ਕੰਮ ਕਰ ਰਹੇ ਨੇ। ਸੋ ਬੜੀ ਖੂਬਸੂਰਤ ਜਾਣਕਾਰੀ ਇਹਨਾਂ ਨੇ ਸਾਨੂੰ ਦਿੱਤੀ ਹੈ ਕਿ ਜੇ ਤੁਹਾਡੇ ਕੋਲ ਕੁਆਲੀਫਿਕੇਸ਼ਨ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਛੋਟੇ ਬੱਚਿਆਂ ਦੇ ਨਾਲ ਡੀਲ ਕਰਾਂ, ਛੋਟੇ ਬੱਚਿਆਂ ਦੀ ਸਾਂਭ ਸੰਭਾਲ ਵਾਲੇ ਸੈਂਟਰਾਂ ਦੇ ਵਿੱਚ ਕੰਮ ਕਰਾਂ, ਤੁਹਾਨੂੰ ਸ਼ੌਕ ਹੈ ਇਸ ਚੀਜ਼ ਦਾ, ਤਾਂ ਤੁਸੀਂ ਇਸ ਕਿੱਤੇ ਨੂੰ ਬਾਖੂਬੀ ਅਪਣਾ ਸਕਦੇ ਹੋ। ਇਹਦੇ ਵਾਸਤੇ ਤੁਹਾਨੂੰ ਸਰਟੀਫਿਕੇਸ਼ਨ ਕਰਨੀ ਪਏਗੀ, ਲੈਵਲ 1 ਦੀ, ਲੈਵਲ 2 ਦੀ, ਲੈਵਲ 3 ਦੀ, ਜਿਹੜੀ ਵੀ ਤੁਸੀਂ ਚਾਹੁੰਦੇ ਹੋ ਉਹ ਵਾਰੀ ਤੁਸੀਂ ਲੈ ਸਕਦੇ ਹੋ। ਸੋ ਇਹਦੇ ਬਾਰੇ ਜਾਣਕਾਰੀ ਤੁਹਾਨੂੰ ਖੂਬ ਵਰਦੀਪ ਦੇ ਵੱਲੋਂ ਮਿਲੀ ਹੈ। ਸੋ
ਇਹਦੇ ਨਾਲ ਹੀ ਅਸੀਂ ਆਪਣਾ ਅੱਜ ਦਾ ਪ੍ਰੋਗਰਾਮ ਗੱਲਬਾਤ ਖਤਮ ਕਰਦੇ ਹਾਂ। ਅਗਲੀ ਵਾਰੀ ਫਿਰ ਮਿਲਾਂਗੇ ਕਿਸੇ ਨਵੇਂ ਗੈਸਟ ਦੇ ਨਾਲ, ਹੋਰ ਕਿਸੇ ਟੌਪਿਕ ਦੇ ਉੱਪਰ ਗੱਲਬਾਤ ਲੈ ਕੇ। ਸੋ ਲੈਂਦੇ ਹਾਂ ਛੁੱਟੀ। ਵੇਖਦੇ ਰਹੋ ਪੰਜਾਬੀ ਨੈਸ਼ਨਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।